ਕੀ ਲੱਗਦਾ ਹੈ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਜਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਹਿਜ਼ ਇੱਕ ਡਰਾਮੇਬਾਜ਼ੀ ਹੋ ਰਹੀ ਹੈ। ਤੇ ਸਾਡੀ ਪੁਲਿਸ ਵੀ ਤੇ ਸਰਕਾਰ ਵੀ ਜਿਹੜੀ ਹੈ ਉਹਨਾਂ ਦੀ ਹਾਲਤ ਇਸ ਵੇਲੇ ਬਿਲਕੁਲ ਉਹੋ ਜਿਹੀ ਹੈ। ਮੁੱਖ ਮੰਤਰੀ ਤੇ ਉਹਨਾਂ ਦੇ ਕੁਝ ਖਾਸ ਮਿੱਤਰਾਂ ਦਾ ਬਹੁਤ ਦਬਾਅ ਸੀ। ਇਹ ਯਾਨੀ ਐਗਜ਼ੈਕਟ ਉਹਨੂੰ ਪਤਾ ਲੱਗ ਰਿਹਾ ਸੀ ਕਿ ਮੇਰੀ FIR ਲਿਖੀ ਜਾ ਰਹੀ ਹੈ। ਜਦੋਂ ਉਹਨੂੰ ਪਤਾ ਲੱਗਾ ਕੰਪਲੀਟ ਹੋ ਗਈ ਤਾਂ ਦੌੜ ਗਿਆ। ਉਹਦੇ ਤੋਂ ਬਾਅਦ ਵਿੱਚ ਦੇਖੋ ਕਿ ਇੱਕ ਬੰਦਾ Z+ ਸਿਕਿਉਰਿਟੀ ਦੇ ਵਿੱਚ ਹੈਗਾ ਜਿਹਦੇ ਕੋਲ 35-40 ਬੰਦੇ ਪੁਲਿਸ ਤੇ ਪੰਜਾਬ ਪੁਲਿਸ ਤੇ ਉਹਦੇ ਨਾਲ ਹੈਗੇ ਨੇ ਲੱਗੇ ਹੋਏ। ਸਰਕਾਰੀ ਗੱਡੀਆਂ ਹੈਗੀਆਂ, ਜੈਮਰ ਹੈਗੇ ਨੇ, ਕਈ ਕੁਛ ਹੈਗਾ। ਉਹ ਬੰਦਾ ਆਪਣੇ ਸਾਰੇ ਬੰਦਿਆਂ ਨੂੰ ਛੱਡ ਕੇ ਗਾਇਬ ਕਿਵੇਂ ਹੋ ਗਿਆ? ਸਾਡੀ Z+ ਸਿਕਿਉਰਿਟੀ ਹੈਗੀ ਹੈ, ਉਹਦੇ 'ਚ ਇੱਕ ਰੂਲ ਹੈਗਾ ਕਿ ਜਿਹੜਾ ਵੀ ਸਿਕਿਉਰਿਟੀ ਦਾ ਇੰਚਾਰਜ ਹੁੰਦਾ ਜਾਂ ਸਿਕਿਉਰਿਟੀ ਵਾਲੇ ਹੁੰਦੇ ਨੇ, ਜੇ ਜਿਸ ਬੰਦੇ ਨੂੰ ਪ੍ਰੋਟੈਕਟ ਕਰ ਰਹੇ ਨੇ, ਜੇ ਉਹ ਬੰਦਾ ਉਹਨਾਂ ਦੇ ਕੰਟਰੋਲ 'ਚੋਂ ਨਿਕਲ ਜਾਏ ਜਾਂ ਉਹਨਾਂ ਨੂੰ ਪਤਾ ਨਾ ਲੱਗੇ ਕਿੱਥੇ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਕੀ ਲੱਗਦਾ ਹੈ ਕਿ ਜਿਹੜੀ ਹੈਗੀਆਂ ਸਾਡੀਆਂ ਰਾਜਸੀ ਧਿਰਾਂ ਉਹਨਾਂ ਨੇ ਅਕਾਲੀ ਦਲ ਦੀ ਮਦਦ ਵੀ ਕੀਤੀ ਹੈ ਔਰ ਇਸ ਵੇਲੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਉਸ ਦੀ ਸਰਕਾਰ ਹੈ, ਇੱਕ ਪਾਸੇ FIR ਤੇ ਦੂਜੇ ਪਾਸੇ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਈ ਕਾਰਵਾਈ ਨਹੀਂ। ਇਹ ਦੂਰਾ ਚਿਹਰਾ ਪੰਧੇਰ ਸਾਹਿਬ ਸਾਰੀਆਂ ਹੀ ਧਿਰਾਂ ਦਾ ਲੱਗਦਾ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਆ ਪੰਧੇਰ ਜੀ। ਇਹ ਫਿਰ ਜਿਹੜੀ ਹੈ ਪੋਲੀਟੀਕਲ ਜਿਹੜੀ ਰੰਜਿਸ਼ ਦਾ ਹੀ ਸਵਾਲ ਹੈ। ਜਿਵੇਂ ਪਹਿਲੇ ਵਾਰ ਜਿਹੜੇ ਅਕਾਲੀਆਂ ਦਾ ਰਾਜ ਸੀ ਤੇ ਕਾਂਗਰਸੀਆਂ ਦੇ ਕੁਝ ਆਗੂਆਂ ਨੂੰ ਇਸੀ ਸੁਮੇਰ ਸਿੰਘ ਸੈਣੀ ਨੇ ਫੜ ਕੇ ਜੇਲ੍ਹ 'ਚ ਵੀ ਤੁੰਨਿਆ ਸੀ। ਤੁਸੀਂ ਇਹ ਵੀ ਸੁਣਿਆ ਹੋਣਾ ਹੈ ਕਿ ਉਹਨਾਂ ਨੂੰ ਜੇਲ੍ਹ 'ਚ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਹੁਣ ਉਹਨਾਂ ਵਿੱਚੋਂ ਕੁਝ ਬੰਦੇ ਜਿਹੜੇ ਆ ਉਹ ਸੱਤਾ ਦੇ ਵਿੱਚ ਹੈਗੇ ਆ। ਹੁਣ ਤੁਸੀਂ ਆ ਤੁਸੀਂ ਧਰਮਸੋਧ ਦੇ ਉੱਤੇ, ਧਰਮਸੋਧ ਦੀ ਵੀ ਗੱਲ ਉੱਥੇ ਆ ਜਾਂਦੀ ਹੈ ਕਿ ਪੋਲੀਟੀਕਲ ਪ੍ਰੋਟੈਕਸ਼ਨ ਦੇ ਬਿਨਾਂ ਕੋਈ ਜਿਹੜੀ ਹੈ ਗੱਡੀ ਅੱਗੇ ਨਹੀਂ ਚੱਲਦੀ। ਰਾਸ਼ਟਰ ਜੀ ਧਰਮਸੋਧ ਨੇ ਪਿਛਲੇ ਦਿਨਾਂ 'ਚ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਵੀ ਹੈ ਕਿ ਕੁਝ ਦਿਨਾਂ ਬਾਅਦ ਸਾਰਾ ਸੱਚ ਕਹਿੰਦਾ ਸਾਹਮਣੇ ਆ ਜਾਏਗਾ। ਮੇਰੀ ਤਾਂ ਕੋਈ ਇੱਦਾਂ ਦੀ ਗੱਲ ਹੀ ਨਹੀਂ ਹੈ ਕਿ ਜਿਹੜਾ ਮੇਰੇ 'ਤੇ ਕੋਈ ਐਲੀਗੇਸ਼ਨ ਲੱਗਦਾ ਹੋਵੇ। ਹਫ਼ਤਾ 10 ਦਿਨ ਨਿਕਲ ਗਿਆ ਹੈ, ਮੁਕੰਮਲ ਚੁੱਪ ਧਾਰੀ ਹੋਈ ਹੈ ਕੈਪਟਨ ਅਮਰਿੰਦਰ ਸਰਕਾਰ ਨੇ ਇਸ ਮੁੱਦੇ ਦੇ ਉੱਤੇ। ਰਾਸ਼ਟਰ ਜੀ ਦਾ ਕਹਿਣਾ ਹੈ ਕਿ ਕੁਝ ਨਹੀਂ ਹੋਣਾ, ਇਹ ਸਿਰਫ ਲਿਪਾ ਪੋਚੀ ਹੈ, ਇੱਦਾਂ ਹੀ ਜਾਂਚ ਦੇ ਮਾਮਲੇ ਚੱਲਦੇ ਰਹਿਣਗੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਜਿਹੜੇ ਇੱਕ ਅਹਿਮ ਵੱਡੇ ਮੁੱਦੇ ਤੇ ਚਰਚਾ ਕਰ ਰਹੇ ਹਾਂ, ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਮਲਤਾਨੀ ਅਗਵਾ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਵੱਲੋਂ ਰਾਹਤ ਲਈ ਜਿਹੜੀਆਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸੀ ਉਹ ਅਰਜ਼ੀਆਂ ਤਾਂ ਰੱਦ ਕਰ ਹੀ ਦਿੱਤੀਆਂ। ਉਹਦੇ ਬਾਅਦ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪੁਲਿਸ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰ ਪਾਏਗੀ? ਕਈ ਸਿੱਖ ਜਥੇਬੰਦੀਆਂ ਨੇ ਤਾਂ ਇਸ਼ਤਿਹਾਰ ਤੱਕ ਜਿਹੜੇ ਲਗਾਉਣੇ ਸ਼ੁਰੂ ਕਰ ਦਿੱਤੇ ਹੈ ਕਿ ਕਿੱਥੇ ਹੈ ਸੁਮੇਧ ਸੈਣੀ। ਦੇਸ਼ ਦੇ ਸ਼ਾਇਦ ਪਹਿਲਾ ਇਹੋ ਜਿਹਾ ਕੇਸ ਹੋਏਗਾ ਕਿ ਸਾਬਕਾ DGP ਨੂੰ ਲੱਭਣ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਸਮੇਂ ਦੇ ਲਿਹਾਜ਼ ਨਾਲ ਆਪਾਂ ਕੁਝ ਹੋਰ ਮੁੱਦਿਆਂ ਤੇ ਚਰਚਾ ਤਾਂ ਕਰਾਂਗੇ ਜਿਨ੍ਹਾਂ 'ਚ ਮੀਡੀਆ ਦੀ ਕੌਮੀ ਪੱਧਰ ਤੇ ਭੂਮਿਕਾ ਵੀ ਸ਼ਾਮਲ ਹੈ। ਸਿਆਣੇ ਆਖਦੇ ਆ ਕਦੇ ਕਦੇ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਮਾਰ ਲੈਣਾ ਚਾਹੀਦਾ। ਇਹਨਾਂ ਸਾਰੇ ਮੁੱਦਿਆਂ ਤੇ ਪੈਨਲ ਤੇ ਮੇਰੇ ਨਾਲ ਚਰਚਾ ਜਿਹੜੇ ਖਾਸ ਮਹਿਮਾਨ ਸਾਡੇ ਕਦਾਵਰ ਜਰਨਲਿਸਟ ਹਰਕਮਲਜੀਤ ਸਿੰਘ ਜੀ, ਪੰਜਾਬੀ ਦੇ ਇੱਕ ਵੱਡੇ ਅਖਬਾਰ ਦੇ ਬਿਊਰੋ ਚੀਫ ਨੇ, AS ਪ੍ਰਾਸ਼ਰ, ਇਸ ਸ਼ਹਿਰ ਦੇ ਕਦਾਵਰ ਜਰਨਲਿਸਟ ਸਰਬਜੀਤ ਪੰਧੇਰ, ਕੌਮੀ ਪੱਧਰ ਦੇ ਜਾਣੇ ਪਛਾਣੇ ਅਖਬਾਰ ਦੇ ਸੀਨੀਅਰ ਜਰਨਲਿਸਟ ਰਹੇ ਹੈ। ਤਿੰਨੇ ਹੀ ਮਹਿਮਾਨਾਂ ਨੂੰ ਪੈਨਲ ਤੇ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ ਜੀ। ਸਾਬਕਾ DGP ਸੁਮੇਧ ਸੈਣੀ ਮਲਤਾਨੀ ਅਗਵਾ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਅਦਾਲਤ ਨੇ ਉਸ ਦੀਆਂ ਅਰਜ਼ੀਆਂ ਰੱਦ ਕੀਤੀਆਂ ਤੇ ਪੁਲਿਸ ਉਸ ਦੀ ਹੁਣ ਛਾਪੇਮਾਰੀ ਕਰ ਰਹੀ ਹੈ, ਕਈ ਸਵਾਲ ਉੱਠ ਰਹੇ ਹੈ। ਮੀਡੀਆ ਇਸ ਮਾਮਲੇ ਨੂੰ ਕਿਵੇਂ ਦੇਖ ਰਿਹਾ ਹੈ? ਕੀ ਲੱਗਦਾ ਹੈ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਜਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਹਿਜ਼ ਇੱਕ ਡਰਾਮੇਬਾਜ਼ੀ ਹੋ ਰਹੀ ਹੈ? ਜੀ ਹਰਕਮਲ ਜੀ। ਜਗਤਾਰ ਜੀ, ਇੱਕ ਪੰਜਾਬੀ ਦੀ ਕਹਾਵਤ ਹੈਗੀ ਹੈ, ਅੱਧੀਆਂ ਮੈਂ ਤੇਰੀ ਮਲਾਜੇਦਾਰਾ, ਅੱਧੀ ਮੈਂ ਗਰੀਬ ਜੱਟ ਦੀ। ਇਹ ਸਾਡੀ ਪੁਲਿਸ ਵੀ ਤੇ ਸਰਕਾਰ ਵੀ ਜਿਹੜੀ ਹੈ ਉਹਨਾਂ ਦੀ ਹਾਲਤ ਇਸ ਵੇਲੇ ਬਿਲਕੁਲ ਉਹੋ ਜਿਹੀ ਹੈ। ਮੁੱਖ ਮੰਤਰੀ ਤੇ ਉਹਨਾਂ ਦੇ ਕੁਝ ਖਾਸ ਮਿੱਤਰਾਂ ਦਾ ਬਹੁਤ ਦਬਾਅ ਸੀ ਕਿ ਸੁਮੇਧ ਸੈਣੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਕਿ ਉਹ
ਇੱਕ ਟਾਈਮ ਤੇ ਉਹਨਾਂ ਨਾਲ ਕਾਫੀ ਧੱਕਾ ਕਰਦੇ ਰਹੇ। ਪਿਛਲੇ 3 ਸਾਲ ਤੋਂ ਮੁੱਖ ਮੰਤਰੀ ਇਸ ਦਬਾਅ ਦੇ ਵਿੱਚ ਸਨ ਔਰ ਅਲਟੀਮੇਟਲੀ ਦੂਜੇ ਗੈਸਾਂ ਦੀ ਨਹੀਂ ਆਵਾਜ਼ ਆ ਰਹੀ। ਆਪਣੇ ਉਹਨਾਂ ਸਾਥੀਆਂ ਨੂੰ ਖੁਸ਼ ਕਰਨ ਲਈ ਇਹ ਕੇਸ ਤੇ ਰਜਿਸਟਰ ਕਰ ਦਿੱਤਾ। ਲੇਕਿਨ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਕੇਸ ਰਜਿਸਟਰ ਹੋਇਆ, ਜਿਸ ਢੰਗ ਦੇ ਨਾਲ ਬਾਅਦ 'ਚ ਕਾਰਵਾਈ ਹੋਈ, ਉਹਦੇ ਤੋਂ ਇੱਕ ਗੱਲ ਬੜੀ ਸਪਸ਼ਟ ਸੀ ਕਿ ਮੁੱਖ ਮੰਤਰੀ ਉਹਨਾਂ ਨੂੰ ਵੀ ਬਹੁਤਾ ਖਰਾਬ ਨਹੀਂ ਕਰਨਾ ਚਾਹੁੰਦੇ। ਸੁਮੇਧ ਸੈਣੀ ਨੂੰ ਨਾ ਉਹ ਗ੍ਰਿਫਤਾਰ ਕਰਨ ਦੀ ਬਹੁਤੀ ਮਨਸ਼ਾ ਹੈਗੀ ਉਹਨਾਂ ਦੀ। ਅਦਰਵਾਈਜ਼ ਤੁਸੀਂ ਦੇਖੋ ਕਿ ਜਿਸ ਢੰਗ ਦੇ ਨਾਲ ਜਿੱਦਣ FIR ਦਰਜ ਹੁੰਦੀ ਹੈ, ਉਹ ਜਦੋਂ FIR ਕੰਪਲੀਟ ਪੁਲਿਸ ਵਾਲੇ ਕਰਦੇ ਨੇ, ਜਿੰਨੇ ਵਜੇ ਦਾ ਉਹ ਟਾਈਮ ਪਾਉਂਦੇ ਨੇ, ਉਸੇ ਵੇਲੇ ਸੁਮੇਧ ਸੈਣੀ ਘਰ ਤੋਂ ਗਾਇਬ ਹੋ ਜਾਂਦਾ ਹੈ ਔਰ ਉਹ 3 ਘੰਟੇ 4 ਘੰਟੇ ਬਾਅਦ ਹਿਮਾਚਲ ਵਾਲੇ ਉਹਨੂੰ ਨਾਕੇ ਤੇ ਰੋਕਦੇ ਨੇ, ਜਿਹਦੇ ਤੋਂ ਬੜਾ ਸਪਸ਼ਟ ਸੀ ਕਿ ਸੁਮੇਧ ਸੈਣੀ ਐਗਜ਼ੈਕਟ ਉਹਨੂੰ ਪਤਾ ਲੱਗ ਰਿਹਾ ਸੀ ਕਿ ਮੇਰੀ FIR ਲਿਖੀ ਜਾ ਰਹੀ ਹੈ। ਜਦੋਂ ਉਹਨੂੰ ਪਤਾ ਲੱਗਾ ਕੰਪਲੀਟ ਹੋ ਗਈ ਤਾਂ ਦੌੜ ਗਿਆ। ਉਹਦੇ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਇੱਕ ਬੰਦਾ Z+ ਸਿਕਿਉਰਿਟੀ ਦੇ ਵਿੱਚ ਹੈਗਾ, ਜਿਹਦੇ ਕੋਲ 35-40 ਬੰਦੇ ਪੁਲਿਸ ਤੇ ਪੰਜਾਬ ਪੁਲਿਸ ਤੇ ਉਹਦੇ ਨਾਲ ਹੈਗੇ ਨੇ ਲੱਗੇ ਹੋਏ, ਸਰਕਾਰੀ ਗੱਡੀਆਂ ਹੈਗੀਆਂ, ਜੈਮਰ ਹੈਗੇ ਨੇ, ਕਈ ਕੁਛ ਹੈਗਾ। ਉਹ ਬੰਦਾ ਆਪਣੇ ਸਾਰੇ ਬੰਦਿਆਂ ਨੂੰ ਛੱਡ ਕੇ ਗਾਇਬ ਕਿਵੇਂ ਹੋ ਗਿਆ? ਔਰ ਜਿਹੜੀ ਸਾਡੀ Z+ ਸਿਕਿਉਰਿਟੀ ਹੈਗੀ ਹੈ, ਉਹਦੇ 'ਚ ਇੱਕ ਰੂਲ ਹੈਗਾ ਕਿ ਜਿਹੜਾ ਵੀ ਸਿਕਿਉਰਿਟੀ ਦਾ ਇੰਚਾਰਜ ਹੁੰਦਾ ਜਾਂ ਸਿਕਿਉਰਿਟੀ ਵਾਲੇ ਹੁੰਦੇ ਨੇ, ਜੇ ਜਿਸ ਬੰਦੇ ਨੂੰ ਉਹ ਪ੍ਰੋਟੈਕਟ ਕਰ ਰਹੇ ਨੇ, ਜੇ ਉਹ ਬੰਦਾ ਉਹਨਾਂ ਦੇ ਕੰਟਰੋਲ 'ਚੋਂ ਨਿਕਲ ਜਾਏ ਜਾਂ ਉਹਨਾਂ ਨੂੰ ਪਤਾ ਨਾ ਲੱਗੇ ਕਿੱਥੇ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਔਰ ਹੋ ਸਕਦੀ ਨਹੀਂ ਬਲਕਿ ਹੁੰਦੀ ਹੈ, ਬਣਦੀ ਹੈ ਕਾਰਵਾਈ ਉਹਨਾਂ ਦੇ ਖਿਲਾਫ। ਇੱਕ ਪ੍ਰੋਟੈਕਟੀ ਜਿਹੜਾ ਉਹ ਲਾਪਤਾ ਕਿਵੇਂ ਹੋ ਗਿਆ, ਜਿਹਨੂੰ ਪ੍ਰੋਟੈਕਟ ਕਰ ਰਹੇ ਸਨ, ਜਿਹਨਾਂ ਤੇ ਉਹਦੀ ਡਿਊਟੀ ਲੱਗੀ ਸੀ। ਤੁਸੀਂ ਦੇਖੋ ਸੁਮੇਧ ਸੈਣੀ ਕਿੰਨੇ ਦਿਨਾਂ ਤੋਂ ਲਾਪਤਾ ਹੈ। ਕਿਸੇ ਨੇ ਉਸ ਪੁਲਿਸ ਫੋਰਸ ਦੇ ਖਿਲਾਫ ਕੋਈ ਕਾਰਵਾਈ ਦੀ ਗੱਲ ਨਹੀਂ ਕੀਤੀ। ਡਿਪਾਰਟਮੈਂਟ ਨੇ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਕਿ ਤੁਹਾਡੀ ਡਿਊਟੀ ਸੀ ਉਹਨੂੰ ਪ੍ਰੋਟੈਕਟ ਕਰਨ ਦੀ, ਤੁਸੀਂ ਛੱਡਿਆ ਕਿਉਂ, ਉਹਨੂੰ ਇਕੱਲੇ ਕਿਉਂ ਜਾਣ ਦਿੱਤਾ। ਅਜੇ ਇਹ ਵੀ ਪਤਾ ਨਹੀਂ ਹੈਗਾ ਕਿ ਕੀ ਸਾਰੇ ਪੁਲਿਸ ਵਾਲੇ ਉਹਨੂੰ ਛੱਡ ਗਏ ਨੇ, ਉਹਦੇ ਨਾਲ ਨਹੀਂ ਹੈਗੇ, ਜਾਂ ਕੁਝ ਬੰਦੇ ਉਹਦੇ ਨਾਲ ਨੇ, ਇਹ ਵੀ ਪਤਾ ਨਹੀਂ ਕਿਸੇ ਨੂੰ ਹੈਗਾ। ਕੋਈ ਕਿਸੇ ਨੇ ਜਾਂਚ ਕਰਨ ਦੀ ਲੋੜ ਨਹੀਂ ਸਮਝੀ। ਮੈਨੂੰ ਲੱਗ ਰਿਹਾ ਕਿ ਸਾਰਾ ਮਹਿਜ਼ ਡਰਾਮਾ ਹੋ ਰਿਹਾ ਹੈ। ਅਦਰਵਾਈਜ਼ ਇੱਕ ਬੰਦਾ ਜਿਹੜਾ 30-40 ਪੁਲਿਸ ਦੇ ਬੰਦੇ ਨਾਲ ਲੈ ਕੇ ਵਿਚਰ ਰਿਹਾ, ਫਿਰਦਾ ਤੁਰਦਾ, ਉਹ ਸਡਨਲੀ ਕਿਤੇ ਲਾਪਤਾ ਹੋ ਜਾਏ, ਕੋਈ ਖੁੱਡ 'ਚ ਵੜ ਜਾਏ, ਮੈਨੂੰ ਨਹੀਂ ਸਮਝ ਪੈਂਦੀ ਕਿ ਕੋਈ ਇਹੋ ਜਿਹੀ ਗੱਲ ਦੀ ਸੰਭਾਵਨਾ ਹੈਗੀ ਹੈ। ਮੈਨੂੰ ਜੋ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸੁਮੇਧ ਸੈਣੀ ਨੂੰ ਵੀ ਖੁਸ਼ ਕਰ ਰਹੇ ਨੇ ਔਰ ਉਹਨਾਂ ਲੋਕਾਂ ਨੂੰ ਵੀ ਖੁਸ਼ ਕਰ ਰਹੇ ਨੇ ਜਿਨ੍ਹਾਂ ਦੀ ਮੰਗ ਸੀ ਕਿ ਸੁਮੇਧ ਸੈਣੀ ਦੇ ਖਿਲਾਫ ਕਾਰਵਾਈ ਹੋਵੇ। ਔਰ ਜਿਸ ਢੰਗ ਦੇ ਨਾਲ ਇਹ ਜਿਹੜਾ ਕੇਸ ਹੁਣ ਸਾਹਮਣੇ ਆਇਆ ਹੈਗਾ, ਜਿਹੋ ਜਿਹਾ ਉਹਦੇ ਐਵੀਡੈਂਸ ਸਾਹਮਣੇ ਆ ਰਿਹਾ ਹੈ, ਮੈਨੂੰ ਲੱਗਦਾ ਕਿ ਸੁਮੇਧ ਸੈਣੀ 'ਚ ਵੀ ਬਹੁਤ ਘਬਰਾਹਟ ਹੈਗੀ ਹੈ ਕਿ ਜਿਹੋ ਜਿਹਾ ਜੇ ਐਵੀਡੈਂਸ ਇਹ ਸਾਹਮਣੇ ਆ ਗਿਆ, ਜੇ ਕਿਤੇ ਇਹ ਕੱਲ੍ਹ ਨੂੰ ਕੋਰਟ ਨੇ ਉਹਨੂੰ ਸੀਰੀਅਸਲੀ ਲੈ ਲਿਆ ਤੇ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਏਗੀ। ਉਹਨਾਂ ਲਈ ਕੇਸ 'ਚੋਂ ਬਚਣਾ ਵੀ ਬਹੁਤ ਮੁਸ਼ਕਲ ਹੋ ਸਕਦਾ ਹੈ। ਪਰ ਤੁਸੀਂ ਹਿੰਦੁਸਤਾਨ ਦਾ ਸਾਡਾ ਸਰਕਾਰੀ ਢਾਂਚਾ ਦੇਖੋ, ਸਾਡੇ ਕਾਇਦੇ ਕਾਨੂੰਨ ਦੇਖੋ ਕਿਹੋ ਜਿਹੇ ਨੇ। ਇੱਕ ਆਦਮੀ ਪਿਛਲੇ 25-30 ਸਾਲ ਤੋਂ ਅਦਾਲਤਾਂ ਨੂੰ, ਕਾਨੂੰਨ ਨੂੰ, ਔਰ ਤੁਸੀਂ ਦੇਖੋ ਸਾਡੀ ਨਿਆਂਪਾਲਿਕਾ ਨੂੰ ਕਿਵੇਂ ਗੁੰਮਰਾਹ ਕਰਦਾ ਆ ਰਿਹਾ ਹੈ, ਉਹਨਾਂ ਨੂੰ ਕਿਵੇਂ ਮੂਰਖ ਬਣਾਉਂਦਾ ਆ ਰਿਹਾ ਹੈ। ਅਜੇ ਤੱਕ ਉਹਦੇ ਖਿਲਾਫ ਜਿੰਨੇ ਕੇਸ ਚੱਲ ਰਹੇ ਨੇ, ਕੋਈ ਕੇਸ ਕੰਪਲੀਟ ਨਹੀਂ ਹੋ ਸਕਿਆ। ਕਈ ਕੇਸਾਂ 'ਚ ਉਹਦੇ ਜਿਹੜੀਆਂ ਗਵਾਹੀਆਂ ਸੀ ਉਹ ਹੀ 15-20 ਸਾਲ ਲਟਕਦੀਆਂ ਰਹੀਆਂ, ਉਹ ਵੀ ਕੋਈ ਨਹੀਂ ਪੂਰੀਆਂ ਹੋ ਸਕੀਆਂ। ਅਜੇ ਤੱਕ ਉਹਨਾਂ ਦੇ ਖਿਲਾਫ ਜਿਹੜੇ 2-3 ਕੇਸ ਚੱਲ ਰਹੇ ਨੇ, ਸਾਰੇ ਲਟਕ ਰਹੇ ਨੇ, ਕੋਈ ਨਾ ਕੋਈ ਤਰੀਕਾ ਲੱਭ ਕੇ ਉਹ ਲਟਕਾਈ ਜਾ ਰਹੇ ਨੇ। ਔਰ ਸਿਸਟਮ ਜਿਹੜਾ ਹੈ ਸਾਡਾ, ਉਹਨੂੰ ਕੌਣ ਮਦਦ ਕਰ ਰਿਹਾ, ਇਹ ਸਮਝ ਨਹੀਂ ਪੈਂਦੀ ਕਿ ਇਹ ਸਾਰੀ ਗੱਲ ਸੁਮੇਧ ਸੈਣੀ ਨੂੰ ਕਿੱਥੋਂ ਮਦਦ ਮਿਲ ਰਹੀ ਹੈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਦੇਸ਼ ਦੇ ਕਾਇਦੇ ਕਾਨੂੰਨ ਨੂੰ, ਜਿਹੜਾ ਸਟੈਬਲਿਸ਼ ਸਾਡਾ ਕਾਇਦਾ ਕਾਨੂੰਨ ਹੈਗਾ, ਉਹਦੀ ਕੋਈ ਪ੍ਰਵਾਹ ਨਹੀਂ ਹੋ ਰਹੀ। ਪ੍ਰਾਸ਼ੀ ਜੀ, ਜਿਸ ਮੁੱਦੇ ਤੇ ਹਰਕਮਲ ਜੀ ਨੇ ਕਮੈਂਟਸ ਕੀਤੇ ਹੈ ਕਿ ਲੱਗਦਾ ਜਿਹੜਾ ਸਾਬਕਾ DGP ਹੈ ਸੁਮੇਧ ਸੈਣੀ, ਉਹ ਰਾਜਸੀ ਤੌਰ ਤੇ ਛਤਰਛਾਇਆ ਤੋਂ ਬਗੈਰ ਇੱਦਾਂ ਬਚ ਸਕਦਾ ਹੈ, ਜਾਂ ਇੱਕ ਉਹਨੂੰ ਰਾਹਤ ਦੇ ਲਈ ਮੌਕਾ ਦਿੱਤਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਤੇ ਜਾ ਕੇ ਆਪਣੀ ਅਰਜ਼ੀ ਲਾਏ ਤੇ ਸਾਰੇ ਝੰਜਟ ਚੋਂ ਬਾਹਰ ਆਏ। ਇੱਕ ਮੌਕਾ ਦੇਣ ਦੀ ਸਿੱਧੇ ਢੰਗ ਨਾਲ ਕੋਸ਼ਿਸ਼ ਹੈ, ਜਿੱਦਾਂ ਹਰਕਮਲ ਜੀ ਕਹਿ ਰਿਹਾ ਕਿ ਦੋਨਾਂ ਧਿਰਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਜੀ ਪ੍ਰਾਸ਼ੀ ਜੀ। ਜਗਤਾਰ ਜੀ, ਗੱਲ ਹੈ ਕਿ ਇਹ ਜਿਹੜਾ ਕੇਸ ਹੈਗਾ ਕੁਲਵੰਤ ਸਿੰਘ ਮੁਲਤਾਨੀ ਦੇ ਸੰਬੰਧ ਨਾਲ, ਉਹ ਜਿਹੜਾ ਇੱਥੋਂ ਗਾਇਬ ਹੋਇਆ ਸੀ, ਇਹ ਕੇਸ 29 ਸਾਲ ਪੁਰਾਣਾ ਹੈ। ਔਰ ਜੇ ਆਪਾਂ ਯਾਦ ਕਰੀਏ ਕਿ ਪਿਛਲੇ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ, ਬੜਾ ਬੁਰਾ ਬੋਲਬਾਲਾ ਸੀ, ਔਰ ਉੱਪਰ ਇੱਥੇ DGP ਹੁੰਦੇ ਸੀ ਗਿੱਲ ਸਾਹਿਬ, ਔਰ ਥੱਲੇ ਸੈਣੀ ਔਰ ਇਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹ ਫੀਲਡ 'ਚ ਕੰਮ ਕਰਦੇ ਸੀ। ਉਸ ਵੇਲੇ ਇਹਨਾਂ ਨੂੰ ਹੀਰੋ ਸਮਝਿਆ ਜਾਂਦਾ ਸੀ। ਤੁਸੀਂ ਜਗਤਾਰ ਜੀ ਇਹ ਦੇਖੋ ਕਿ ਸਮਾਂ ਕਿੰਨਾ ਬਲਵਾਨ ਹੁੰਦਾ ਹੈ ਕਿ ਜਿਹੜਾ ਕੱਲ੍ਹ ਦਾ ਹੀਰੋ ਹੈ
ਉਹ ਅੱਜ ਦਾ ਹੀ ਜ਼ੀਰੋ ਬਣ ਜਾਂਦਾ ਔਰ ਭੱਜਣਾ ਪੈ ਰਿਹਾ ਹਰ ਜਗ੍ਹਾ ਤੋਂ ਔਰ ਅਦਾਲਤਾਂ ਤੋਂ ਸ਼ਰਨ ਲੈਣੀ ਪੈ ਰਹੀ ਹੈ। ਇਹ ਤੁਸੀਂ ਇਹ ਦੇਖੋ ਕਿ ਜੀ। ਇਹਦੇ ਨਾਲ ਇਹ ਗੱਲ ਵੀ ਜੁੜੀ ਹੋਈ ਹੈ ਕਿ ਉਸ ਵੇਲੇ ਸੈਂਟਰ ਦੇ ਵਿੱਚ ਕਾਂਗਰਸ ਦਾ ਰਾਜ ਸੀ। ਸੈਂਟਰ ਦੀ ਕਾਂਗਰਸ ਦੀ ਛਤਰਛਾਇਆ ਦੇ ਅੰਡਰ ਹੀ ਜਿਹੜਾ ਹੈ ਉਹ ਹੈ ਪੰਜਾਬ ਦੇ ਵਿੱਚ ਸਾਰਾ ਕੰਮ ਹੋ ਰਿਹਾ ਸੀ। ਅੱਤਵਾਦ ਦਾ ਮੁਕਾਬਲਾ ਹੋ ਰਿਹਾ ਸੀ ਔਰ ਜੋ ਇਨਕਾਊਂਟਰ ਹੋ ਰਹੇ ਸੀ, ਜੋ ਆਪਾਂ ਆਪਣੇ ਸਾਰਾ ਜਿਹੜਾ ਘਟਨਾਕ੍ਰਮ ਮੈਂ ਆਪਣੀ ਅੱਖੀਂ ਦੇਖਿਆ। ਔਰ ਹੁਣ ਵੀ ਜਿਹੜਾ ਹੈ ਇਹ ਕਾਂਗਰਸ ਦਾ ਪੰਜਾਬ ਦੇ ਵਿੱਚ ਆ, ਚਾਹੇ ਸੈਂਟਰ ਦੇ ਵਿੱਚ ਕੋਈ ਹੋਰ ਆ ਗਈ ਦੂਜੀ ਪਾਰਟੀ ਹੈ, ਲੇਕਿਨ ਕਾਂਗਰਸ ਦੇ ਰਜੀਮ ਦੇ ਵਿੱਚ ਹੀ ਇਹਨਾਂ ਨੂੰ ਜਿਹੜੇ ਆਪਣੇ ਹੌਸਲੇ ਜੋ ਕਾਰਨਾਮੇ ਕੀਤੇ ਸੀ ਉਹਦਾ ਜਵਾਬ ਦੇਣਾ ਪੈ ਰਿਹਾ ਹੈ। ਔਰ ਕੋਰਟ ਤੋਂ ਐਂਟੀਸਪੇਟਰੀ ਬੇਲ ਲੈਣ ਲਈ ਜਗ੍ਹਾ ਜਗ੍ਹਾ ਜਾਣਾ ਪੈ ਰਿਹਾ। ਹੁਣ ਲੇਟੈਸਟ ਖਬਰ ਇਹ ਹੈ ਕਿ ਇੱਥੋਂ ਪੰਜਾਬ ਦੇ ਵਿੱਚ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਲਈ ਇਹਨਾਂ ਨੂੰ ਐਂਟੀਸਪੇਟਰੀ ਬੇਲ ਡਿਨਾਈ ਕੀਤੀ ਗਈ ਹੈ ਤੇ ਇਹਨਾਂ ਨੇ ਹੁਣ ਜਾ ਕੇ ਦਿੱਲੀ ਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਔਰ ਇਹਨਾਂ ਦੀ ਅਰਜ਼ੀ ਹੁਣ ਸੋਮਵਾਰ ਨੂੰ ਆਣੀ ਹੈ। ਲੇਕਿਨ ਮੇਰਾ ਇਹਦੇ ਵਿੱਚ ਜਿਹੜਾ ਬੇਸਿਕ ਸਵਾਲ ਉਹ ਇਹ ਹੈ ਕਿ ਜਗਤਾਰ ਜੀ ਤੁਸੀਂ ਇਹ ਦੱਸੋ ਮੈਨੂੰ ਕਿ ਜਿਸ ਲਈ ਇਹ ਕੇਸ ਚੱਲ ਰਿਹਾ ਔਰ ਪਤਾ ਹੈ ਕਿ ਇਹਨਾਂ ਦੀ ਐਂਟੀਸਪੇਟਰੀ ਬਿੱਲ ਜਿਹੜੀ ਹੈ ਉਹ ਐਕਸੈਪਟ ਵੀ ਹੋ ਸਕਦੀ ਹੈ, ਰਿਜੈਕਟ ਵੀ ਹੋ ਸਕਦੀ ਹੈ ਔਰ ਜਿਹੜਾ ਲਾਅ ਐਂਡ ਆਰਡਰ ਦਾ ਜਿਹੜਾ ਤੰਤਰ ਹੈ ਉਹਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਰਹਿਣਾ ਚਾਹੀਦਾ ਸੀ ਕਿ ਅਗਰ ਐਂਟੀਸਪੇਟਰੀ ਬਿੱਲ ਰਿਜੈਕਟ ਹੁੰਦੀ ਹੈ ਤਾਂ ਇਹਨਾਂ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਏ। ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਨ ਤੋਂ ਪਹਿਲੇ ਉੱਥੋਂ ਸਕਾਉਂਡ ਕਰ ਗਏ, ਨਾਲ ਇਹਨਾਂ ਨੂੰ Z+ ਸਿਕਿਉਰਿਟੀ ਮਿਲੀ ਹੋਈ ਹੈ। ਉਹ ਬੰਦੇ ਵੀ ਘਰ ਹੀ ਬੈਠੇ ਰਹਿ ਗਏ, ਕਿੱਥੇ ਗਏ ਕਿੱਥੇ ਨਹੀਂ ਗਏ ਇਸ ਤੋਂ ਬੜਾ ਸਾਫ਼ ਝਲਕ ਪਤਾ ਲੱਗਦੀ ਹੈ। ਸਾਰਾ ਇੰਟਰਸਟ ਆ ਰਿਹਾ ਇੰਪ੍ਰੈਸ਼ਨ ਸਰ ਮੈਂ ਆਪਸ ਵਿੱਚ ਮਿਲੇ ਹੋਏ ਜੀ ਸਰ ਜਿਹੜੀ ਮਿਲੇ ਹੋਏ ਦੀ ਗੱਲ ਕਰਦੇ ਆ ਮੈਂ ਮਿਲੇ ਹੋਏ ਪ੍ਰੈਸ ਜੀ ਜਿਹੜਾ ਤੁਸੀਂ ਕਮੈਂਟਸ ਕਰ ਰਹੇ ਹੋ, ਮੈਂ ਇੱਕ ਸਵਾਲ ਤੁਹਾਡੇ ਕੋਲੋਂ, ਤੁਸੀਂ ਲੁਧਿਆਣਾ ਵੀ ਕਵਰ ਕਰਦੇ ਰਹੇ ਹੋ, ਲੁਧਿਆਣੇ ਦਾ ਦੇਖੋ ਇੱਦਾਂ ਦਾ ਇੱਕ ਹੋਰ ਕੇਸ ਪ੍ਰੈਸ ਜੀ ਤਰਾਸਦੀ ਦੇਖੋ ਕਿ ਮਲਤਾਨੀ ਕੇਸ ਦੇ ਵਿੱਚ ਜਿਹੜਾ ਬਲਵੰਤ ਸਿੰਘ ਮਲਤਾਨੀ ਹੈ ਉਹਦਾ ਪਿਤਾ ਇਨਸਾਫ ਮੰਗਦਾ ਇਸ ਦੁਨੀਆ ਚੋਂ ਚਲਾ ਗਿਆ। ਜਿੱਦਾਂ ਤੁਸੀਂ ਖੁਦ ਕਿਹਾ 29 ਸਾਲ ਹੋ ਗਏ। ਲੁਧਿਆਣੇ ਦੇ ਵਿੱਚ ਇੱਕ ਕਾਰੋਬਾਰੀ ਪੂਰੀ ਦਾ ਪੂਰਾ ਪਰਿਵਾਰ ਹੀ ਜਿਹੜਾ ਹੈਗਾ ਲਾਪਤਾ ਹੋ ਗਿਆ ਔਰ ਉਸ ਪਰਿਵਾਰ ਦੀ ਜਿਹੜੀ ਇੱਕ ਮਾਤਾ ਸੀ ਉਹ ਇਨਸਾਫ ਮੰਗਦੀ ਉਹ ਵੀ 1-10 ਸਾਲ ਪਹਿਲਾਂ ਇਸ ਦੁਨੀਆ ਤੋਂ ਕੂਚ ਕਰ ਗਈ ਹੈ। ਤੁਸੀਂ ਦੇਖੋ ਸਿਸਟਮ ਦੀ ਤਰਾਸਦੀ ਦੇਖੋ ਕਿ 28-30 ਸਾਲਾਂ ਤੋਂ ਲੋਕ ਜਿਹੜੇ ਇਨਸਾਫ ਲਈ ਦਰ ਧੱਕੇ ਖਾ ਰਹੇ ਹੈ, ਕੋਈ ਆਪਣੇ ਬੇਟੇ ਲਈ, ਕੋਈ ਆਪਣੇ ਕਿਸੇ ਭਰਾ ਲਈ, ਰਿਸ਼ਤੇਦਾਰ ਲਈ, ਔਰ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਹੈ ਉਹ DGP ਦੇ ਜਿਹੜਾ ਹੈਗਾ ਉੱਪਰਲੇ ਸਿਖਰ ਦੇ ਟੰਬੇ ਤੱਕ ਪਹੁੰਚ ਗਏ ਹੈ। ਪਰ ਅਸੀਂ ਜੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਐਡੇ ਵੱਡੇ ਮਾਮਲੇ ਜਿਸ ਪੁਲਿਸ ਅਧਿਕਾਰੀ ਤੇ ਹੋਏ ਹੋਣ ਤੇ ਉਹ DGP ਬਣ ਜੇ ਪ੍ਰੈਸ਼ਰ ਜੀ। ਦੇਖੋ ਜਗਤਾਰ ਜੀ ਗੱਲ ਹੈ ਕਿ ਇਹਦੇ ਪਿੱਛੇ ਇਹ ਸਿਆਸਤ ਹੀ ਹੈਗੀ ਨਾ। ਇਹ ਕਾਂਗਰਸ ਦੇ ਰਜੀਮ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਇੱਕ ਤੋਂ ਵੱਡੀ ਇੱਕ ਪ੍ਰਮੋਸ਼ਨ ਮਿਲੀ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਉਸ ਵੇਲੇ ਅਗਰ ਸਿੱਖਾਂ ਦੀ ਨਜ਼ਰ ਦੇ ਵਿੱਚ ਅਗਰ ਇਹ ਵਿਲਨ ਸਮਝਿਆ ਜਾਂਦਾ ਸੀ ਤਾਂ ਸਿੱਖਾਂ ਦੀ ਨੁਮਾਇੰਦਾ ਜਮਾਤ ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ CM ਸੀ। ਉਹਨੇ ਮੈਨੂੰ ਯਾਦ ਹੈ ਕਿ ਜਿਹੜੇ ਮੋਹਾਲੀ ਦੇ ਵਿੱਚ ਦੁਬਾਰਾ ਉਹਨਾਂ ਦੀ ਸਰਕਾਰ ਬਣੀ ਔਰ ਉੱਥੇ ਓਥ ਲੈਣ ਤੋਂ ਬਾਅਦ ਉੱਥੇ ਹੀ ਅਨਾਉਂਸ ਕਰਤਾ ਉਹਨਾਂ ਨੇ ਸਟੇਡੀਅਮ ਦੇ ਵਿੱਚ ਕਿ ਜੀ ਇਹ ਸੁਮੇਧ ਸਿੰਘ ਸੈਣੀ ਜਿਹੜਾ ਨੈਕਸਟ DGP ਆਏਗਾ, ਜਿਹਨੂੰ ਸੁਣ ਕੇ ਸਿਰਫ ਅਕਾਲੀ ਨਹੀਂ ਸਾਰਾ ਪੰਜਾਬ ਜਿਹੜਾ ਸੀ ਇੱਕ ਵਾਰੀ ਸੁਣ ਰਹਿ ਗਿਆ ਸੀ ਕਿ ਜਿਸ ਪੁਲਿਸ ਅਫਸਰ ਨੂੰ ਸਾਰਾ ਪੰਜਾਬ ਜਾਂ ਖਾਸ ਤੌਰ ਤੇ ਜਿਹੜੀ ਸਿੱਖ ਕਮਿਊਨਿਟੀ ਉਹ ਮੰਨਦੀ ਸੀ ਕਿ ਸਾਡਾ ਵਿਲਨ ਹੈਗਾ, ਇਹਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਢਾਏ ਹੈ, ਉਹਨੂੰ ਕਿਵੇਂ ਐਕਸੈਪਟ ਕਰਕੇ DGP ਦਾ ਅਹੁਦਾ ਦਿੱਤਾ ਔਰ ਉਸ ਅਹੁਦੇ ਤੇ ਅਗਲੇ 3.5-4 ਸਾਲ ਤੱਕ ਇਹ ਬਣੇ ਰਹੇ ਹੋ। ਤਾਂ ਤੱਕ ਜਿੰਨੀ ਤੱਕ ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਦਾ ਕੱਟੜਪਨ, ਉਹਨਾਂ ਦੇ ਜਿਹੜਾ ਕੜਕ ਸੁਭਾਅ ਜਿਹੜਾ ਸੀ ਉਹ ਅਕਾਲੀ ਸਰਕਾਰ ਦੇ ਗਲੇ ਦੀ ਹੱਡੀ ਨਹੀਂ ਬਣ ਗਿਆ, ਤਾਂ ਤੱਕ ਉੱਥੇ ਬੈਠੇ ਰਹੇ। ਹੁਣ ਉਸ ਤੋਂ ਬਾਅਦ ਜਿਹੜੇ ਉਤਰੇ ਹੈ ਉਸ ਤੋਂ ਬਾਅਦ ਚਾਹੇ ਖੁੱਡ ਲਾਈਨ ਲੱਗੇ ਰਹੇ, ਲੇਕਿਨ ਇਹਨਾਂ ਨੂੰ ਆਪਣੇ ਜਿਹੜੇ ਪੁਰਾਣੀ ਕਾਰਗੁਜ਼ਾਰੀ, ਜਿਹੜੇ ਪੁਰਾਣੇ ਕਾਰਨਾਮੇ ਕੀਤੇ ਅੱਤਵਾਦ ਦੇ ਤੋਂ, ਉਹਦਾ ਜਵਾਬ ਹੁਣ ਦੇਣਾ ਪੈ ਰਿਹਾ। ਇਹ ਦੋ ਕੇਸ ਜਿਹੜਾ ਤੁਸੀਂ ਨਾਂ ਲਿਆ, ਇੱਕ ਮੁਲਤਾਨੀ ਦਾ ਅਤੇ ਦੂਸਰਾ ਜਿਹੜਾ ਲੁਧਿਆਣੇ ਦੇ ਇੱਕ ਪਰਿਵਾਰ ਦਾ, ਉਸ ਲਈ ਦੇਖੋ ਜਿੰਨੀਆਂ ਜਾਤੀ ਹੋਈਆਂ ਉਹਦੇ ਡਿਫੈਂਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਇੱਕ ਵਾਰ ਇਹ ਕਿਹਾ ਕਿ ਮੈਂ ਪੰਜਾਬ ਦੇ ਹਿੰਦੂਆਂ ਨੂੰ ਬਚਾਇਆ। ਹੁਣ ਉਹਨਾਂ 'ਤੇ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਭਾਈ ਸਾਹਿਬ ਜੇ ਤੁਸੀਂ ਪੰਜਾਬ ਦੇ ਹਿੰਦੂਆਂ ਨੂੰ ਬਚਾਇਆ ਤੇ ਇਹ ਜਿਹੜਾ ਲੁਧਿਆਣੇ ਦਾ ਪਰਿਵਾਰ ਹੈ ਇਹ ਹਿੰਦੂ ਪਰਿਵਾਰ ਹੀ ਸੀ ਜਿਹੜਾ ਸਾਰਾ ਗਾਇਬ ਹੋ ਗਿਆ, ਪੂਰਾ ਪਰਿਵਾਰ ਗਾਇਬ ਹੋ ਗਿਆ। ਯੈਸ ਬਿਲਕੁਲ ਪੰਦੇਰ ਸਾਹਿਬ, ਤੁਸੀਂ ਹਰਕਮਲ ਜੀ ਦੇ ਪ੍ਰਾਚੀ ਦੇ ਕਮੈਂਟਸ ਤਾਂ ਸੁਣੇ ਹੈਗੇ ਹੈ, ਪਰ ਜੋ ਸਥਿਤੀ ਇਸ ਵੇਲੇ ਬਣੀ ਵੀ ਹੈ ਇੱਕ ਬਹੁਤ ਵੱਡਾ ਸਵਾਲ ਕਿ ਹਾਈ ਕੋਰਟ ਵੱਲੋਂ ਜਿਹੜੀਆਂ ਅਰਜ਼ੀਆਂ ਰੱਦ ਹੋਣ ਦੇ ਬਾਅਦ
ਸਮੇਤ ਸੈਣੀ ਇੰਨੀ ਸੁਰੱਖਿਆ ਛਤਰੀ ਜਿਸ ਨੂੰ ਮਿਲੀ ਹੋਵੇ ਫਿਰ ਵੀ ਚਲਾ ਗਿਆ ਉਹਦੇ ਚੋਂ ਨਿਕਲ ਕੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਉਸਨੇ ਜਾ ਕੇ। ਕੀ ਲੱਗਦਾ ਹੈ ਕਿ ਜਿਹੜੀ ਹੈਗੀਆਂ ਸਾਡੀਆਂ ਰਾਜਸੀ ਧਿਰਾਂ ਉਹਨਾਂ ਨੇ ਅਕਾਲੀ ਦਲ ਦੀ ਮਦਦ ਵੀ ਕੀਤੀ ਹੈ ਔਰ ਇਸ ਵੇਲੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਉਸ ਦੀ ਸਰਕਾਰ ਹੈ, ਇੱਕ ਪਾਸੇ FIR ਤੇ ਦੂਜੇ ਪਾਸੇ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਈ ਕਾਰਵਾਈ ਨਹੀਂ। ਇਹ ਦੂਰਾ ਚਿਹਰਾ ਪੰਧੇਰ ਸਾਹਿਬ ਸਾਰੀਆਂ ਹੀ ਧਿਰਾਂ ਦਾ ਲੱਗਦਾ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਆ ਪੰਧੇਰ ਜੀ। ਸਿੱਧੂ ਸਾਹਿਬ ਇਹ ਬਹੁਤ ਹੀ ਪੇਚੀਦਾ ਜਿਹੜਾ ਹੈਗਾ ਮੁੱਦਾ ਹੈ ਔਰ ਇਹਦੇ ਸਿੱਧੇ ਜਵਾਬ ਨਹੀਂ ਆ ਸਕਦੇ, ਕਿਉਂਕਿ ਗੱਲ ਇਹ ਆ ਵੀ ਜੇ ਇੱਕ ਵਿੱਚ ਤਾਣੀ ਉਲਝੀ ਇੰਨੀ ਹੋਈ ਹੈ ਕਿ ਜੇ ਤੁਸੀਂ ਇੱਕ ਧਾਗੇ ਨੂੰ ਖਿੱਚੋ ਤੇ ਸਾਰੀ ਦੀ ਸਾਰਾ ਕੁਝ ਖਿਲਰ ਜਾਏਗਾ। ਪੰਜਾਬ ਆਪਣੇ ਪ੍ਰਾਸ਼ਰ ਸਾਹਿਬ ਨੇ ਤਾਂ ਫੇਰ ਵੀ ਹਾਲੇ ਬਹੁਤ ਸਾਰਾ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੱਤਾ ਪੁਲਿਸ ਨੂੰ, ਪਰ ਪੁਲਿਸ ਦੇ ਗਲ ਦੀ ਹੱਡੀ ਇਹ ਕੇਸ ਬਣ ਚੁੱਕਿਆ। ਸਾਰਾ ਪੁਲਿਸ ਦਫ਼ਤਰ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ 605 ਦੇ ਵਿੱਚ ਹੈ ਕਿ ਅੱਜ ਸੁਮੇਧ ਸੈਣੀ ਤੇ ਕੱਲ੍ਹ ਨੂੰ ਹੋਰ ਕੌਣ, ਕਿਉਂਕਿ ਪੰਜਾਬ ਦਾ ਜਿਹੜਾ ਬਲਵੰਤ ਸਿੰਘ ਮੁਲਤਾਨੀ ਕੇਸ ਜਿਹੜਾ ਹੈ ਉਹ ਹਾਈ ਪ੍ਰੋਫਾਈਲ ਕੇਸ ਹੈ। ਉਹਦੇ ਪਿਤਾ ਜੀ ਜਿਹੜੇ ਸੀ ਉਹ IAS ਆਫੀਸਰ ਸਨ ਤੇ ਇਹਦੀ ਜਿਹੜੀ ਕੇਸ ਦੀ ਪੈਰਵੀ ਕਰ ਰਹੇ ਆ ਉਹ ਪ੍ਰਦੀਪ ਵਿਰਕ ਇੱਕ ਵਕੀਲ ਨੇ, ਨਾਮੀ ਵਕੀਲ ਨੇ, ਉਹਨਾਂ ਦੇ ਪਿਤਾ ਜੀ ਵੀ ਇੱਕ ਸਾਬਕਾ DGP ਨੇ ਔਰ ਇਹ ਹਾਈ ਪ੍ਰੋਫਾਈਲ ਕੇਸ ਬਣ ਚੁੱਕਿਆ। ਔਰ ਮੈਂ ਇਹ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਸੁਮੇਧ ਸੈਣੀ ਉਹਨਾਂ ਨੇ ਜਿਹੜੇ ਪ੍ਰਦੀਪ ਵਿਰਕ ਦੇ ਪਿਤਾ ਜੀ ਨੇ SS ਵਿਰਕ, ਉਹਨਾਂ ਨੂੰ ਇੱਕ ਕੇਸ ਦੇ ਵਿੱਚ ਗ੍ਰਿਫਤਾਰ ਕਰਕੇ ਦਿੱਲੀ ਤੋਂ ਲਿਆ ਕੇ ਪੰਜਾਬ ਦੀ ਅਦਾਲਤ ਦੇ ਵਿੱਚ ਪਿਛਲੀ ਵਾਰੀ ਜਦੋਂ ਆਪ DGP ਸਨ ਉਦੋਂ ਪੇਸ਼ ਕਰਵਾਇਆ ਸੀ। ਸੋ ਇਹ ਇੱਕ ਪੁਲਿਸ ਆਫੀਸਰ ਜਿਹੜੇ ਸਾਬਕਾ DGPs ਨੇ ਉਹਨਾਂ ਦੀ ਵਕਾਰ ਦੀ ਗੱਲ ਵੀ ਵਿੱਚ ਇਹਦੇ ਵਿੱਚ ਬਹੁਤ ਆਉਂਦੀ ਹੈ ਔਰ ਦੋਨੋਂ ਹੀ ਸੁਮੇਧ ਸੈਣੀ ਔਰ SS ਵਿਰਕ ਜਿਹੜੇ ਹੈ ਉਹ ਕਿਸੇ ਟਾਈਮ ਤੇ ਜਿਹੜੀ ਇੰਡੀਅਨ ਸਟੇਟ ਹੈ ਉਹਦੇ ਖਾਸ ਜਿਹੜੇ ਹੈਗੇ ਕੰਪੋਨੈਂਟ ਰਹੇ ਆ, ਉਹਨਾਂ ਦੇ ਰਾਹੀਂ ਇੰਡੀਅਨ ਸਟੇਟ ਨੇ ਬਹੁਤ ਕੰਮ ਕੀਤਾ ਤੋ ਔਰ ਇੰਡੀਅਨ ਸਟੇਟ ਦਾ ਹੀ ਇਸ ਦੇ ਵਿੱਚ ਹੁਣ ਸੁਮੇਧ ਸੈਣੀ ਆਪਾਂ ਬੇਸ਼ੱਕ ਸਿਰਫ ਰਾਜਸੀ ਧਿਰਾਂ ਦੀ ਗੱਲ ਨਹੀਂ ਦੇ ਉੱਤੇ ਨਹੀਂ ਰਹਿ ਜਾਂਦੀ ਕਿ ਜਿਹੜੀ ਇੰਡੀਅਨ ਸਟੇਟ ਹੈ ਸੈਂਟਰ ਦੇ ਵਿੱਚ BJP ਦੀ ਸਰਕਾਰ ਬਣਨ ਦੇ ਨਾਲ ਕਿ ਇੰਡੀਅਨ ਸਟੇਟ ਦਾ ਜਿਹੜਾ ਕਰੈਕਟਰ ਆ ਉਹ ਬਦਲ ਗਿਆ ਕਿ ਉਹ ਆਪਣੇ ਜਿਹੜੇ ਜਿਨ੍ਹਾਂ ਨੂੰ ਵਰਤਿਆ ਹੋਵੇ ਉਹਨਾਂ ਨੇ ਕਿਸੇ ਟਾਈਮ ਪਹਿਲਾਂ ਕਿ ਉਹਨਾਂ ਨੂੰ ਛੱਡ ਕੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, ਤੁਸੀਂ ਲੁਧਿਆਣੇ ਦੇ ਪਰਿਵਾਰ ਦੀ ਗੱਲ ਕੀਤੀ ਹੈ, ਸੈਣੀ ਮੋਟਰਸ ਕੇਸ ਦੇ ਜਿਹੜੇ ਪਰਿਵਾਰ ਆ ਉਹਨਾਂ ਦੀ ਗੱਲ ਕੀਤੀ ਹੈ, ਉਹਨਾਂ ਦਾ ਸਾਰਾ ਪਰਿਵਾਰ ਇਨਸਾਫ ਦੀ ਇੰਤਜ਼ਾਰ ਦੇ ਵਿੱਚ ਔਰ ਈਵਨ ਬਲਵੰਤ ਸਿੰਘ ਮੁਲਤਾਨੀ ਦੇ ਜਿਹੜੇ ਫਾਦਰ ਨੇ ਮੁਲਤਾਨੀ ਸਾਹਿਬ ਜੋ ਆਈ ਥਿੰਕ ਹੋਮ ਸੈਕਟਰੀ ਵੀ ਰਹੇ ਆ ਮੇਰੇ, ਜੇ ਮੈਂ ਗਲਤ ਨਾ ਹੋਵਾਂ, ਇਸ ਲੈਵਲ ਤੋਂ ਰਿਟਾਇਰ ਹੋਏ, ਉਹ ਇਨਸਾਫ ਦੀ ਇੰਤਜ਼ਾਰ ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਜਾਣ। ਜਿਹੜੇ ਆਮ ਲੋਕ ਨੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਖਤਮ ਕਰ ਦਿੱਤੇ ਗਏ ਉਹਨਾਂ ਦਾ ਕੀ ਹਸ਼ਰ ਹੋਊਗਾ। ਤੁਸੀਂ ਇਹ ਦੇਖੋ ਸਾਡੇ ਹੋਰ ਵੀ ਕੇਸ ਨੇ, ਜਿਹੜੇ ਜਸਵੰਤ ਸਿੰਘ ਖਾਲੜਾ ਡਿਸਅਪੀਅਰੈਂਸ ਕੇਸ ਹੈਗਾ, ਹੋਰ ਕੇਸਿਸ ਨੇ, ਉਹ ਕਿਸੇ ਕਦੋਂ ਕਿਹੜੇ ਬੰਨੇ ਲੱਗਣੇ ਨੇ। ਪੰਜਾਬ ਦੀ ਟ੍ਰੈਜਡੀ ਇਹ ਹੈ ਕਿ ਅੱਤਵਾਦ ਦਾ ਦੌਰ ਕਹਿ ਲਓ ਚਾਹੇ ਜਦੋਂ ਵੀ ਕਹਿ ਲਓ ਮੂਵਮੈਂਟ ਦਾ ਦੌਰ ਕਹਿ ਲਓ, ਜੋ ਮਰਜ਼ੀ ਉਸ ਦੌਰ ਦਾ ਨਾਂ ਰੱਖੋ, ਉਸ ਦੌਰ ਦੌਰਾਨ ਬਹੁਤ ਸਾਰਾ ਨੁਕਸਾਨ ਹੋਇਆ ਔਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੇ ਨਾਲ ਹੋਇਆ ਕੀ। ਇਹ ਤਾਂ ਬਹੁਤ ਬਾਅਦ ਚੋਂ ਆਏਗਾ ਕਿ ਕੌਣ ਜ਼ਿੰਮੇਦਾਰ ਹੈ ਤੇ ਕਿਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਨੂੰ ਤਾਂ ਹਲੇ ਇਹ ਵੀ ਨਹੀਂ ਪਤਾ ਕਿ ਸਾਡੇ ਨਾਲ ਹੋਇਆ ਕਿ ਆ ਇੱਕਾ ਦੁੱਕਾ ਕੇਸਿਸ ਜਿਹੜੇ ਹੈ ਕਿਸੇ ਨਾ ਕਿਸੇ ਲੈਵਲ ਤੇ ਜਾਂ ਕੋਈ ਉਹਦੇ ਮੈਂ ਤਾਂ ਇਹ ਕਹੂੰਗਾ ਕਿ ਇੱਕ ਕੇਸ ਸਾਹਮਣੇ ਇਸੇ ਲਈ ਆਇਆ ਕਿਉਂਕਿ ਜਿਹੜੀ ਹੈਗੀ ਹੈ ਇਹਦੇ 'ਚ ਸਿਆਸੀ ਰੰਜਿਸ਼ ਦਾ ਇੱਕ ਐਲੀਮੈਂਟ ਵਿੱਚ ਜ਼ਰੂਰ ਹੈਗਾ ਇਹਦੇ ਵਿੱਚ, ਕਿਉਂਕਿ ਸੁਮੇਧ ਸੈਣੀ ਨੇ ਵੀ ਜਦੋਂ ਬਤੌਰ DGP ਸੀ ਉਦੋਂ ਕਾਂਗਰਸ ਦੇ ਹੀ ਜਿਹੜੇ ਸਰਕਾਰਾਂ ਸੀ ਉਦੋਂ ਕਾਂਗਰਸ ਦੇ ਲੀਡਰਸ ਦੇ ਨਾਲ ਵੀ ਥੋੜੀ ਜਿਹੀ ਬਦਸਲੂਕੀ ਕੀਤੀ ਤੇ ਜਿਹਦੇ ਤੇ ਕਾਂਗਰਸ ਦੇ ਲੀਡਰ ਦੇ ਨਾਲ ਉਹਨਾਂ ਨੂੰ ਸ਼ਾਇਦ ਇਹ ਬਰਦਾਸ਼ਤ ਨਹੀਂ ਹੋ ਰਿਹਾ, ਉਹ ਆਪਣਾ ਉਹਨਾਂ ਨੂੰ ਮੌਕਾ ਮਿਲਿਆ ਤੇ ਇਹ ਕੇਸ ਉਹਨਾਂ ਨੂੰ ਮਿਲ ਗਿਆ ਵੀ ਜਿਹਨੂੰ ਕਹਿੰਦੇ ਪੈਰ ਹੇਠ ਬਟੇਰਾ ਆ ਗਿਆ। ਉਹਨਾਂ ਨੇ ਕਿਹਾ ਇਹਦੀ ਕਿੜ ਕੱਢੀ ਹੈ ਕਿਉਂਕਿ ਸੁਮੇਧ ਸੈਣੀ ਨੂੰ ਬਰਗਾੜੀ ਕੇਸ 'ਚ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਵਿੱਚ ਉਹ ਕਾਬੂ ਨਹੀਂ ਹਾਲੇ ਤੱਕ ਆ ਸਕਿਆ ਤੇ ਹੁਣ ਬਲਵੰਤ ਸਿੰਘ ਮੁਲਤਾਨੀ ਕੇਸ ਜਿਹੜਾ ਹੈਗਾ ਸਾਹਮਣੇ ਆ ਗਿਆ ਤੇ ਉਹਦੇ ਵਿੱਚ ਇਹਦੇ ਵਿੱਚ 302 ਦੀ ਦਫਾ ਲੱਗ ਗਈ। ਹੁਣ 302 ਦੀ ਦਫਾ ਸਿੱਧੂ ਸਾਹਿਬ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹਦੇ ਵਿੱਚ ਬੇਲ ਨਹੀਂ ਹੁੰਦੀ, ਉਹਦੇ ਵਿੱਚ ਤੁਹਾਨੂੰ ਅਰੈਸਟ ਹੋਣਾ ਪੈਂਦਾ। ਕੀ ਹੁਣ ਮੈਨੂੰ ਇਹਦੇ ਵਿੱਚ ਮੈਨੂੰ ਹਾਲੇ ਮੈਨੂੰ ਪੱਕਾ ਪਤਾ ਨਹੀਂ ਹੈ ਕਿ ਸੁਮੇਧ ਸੈਣੀ ਦੇ ਖਿਲਾਫ ਅਦਾਲਤੀ ਵਾਰੰਟ ਜਿਹੜੇ ਹੈਗੇ 302 ਦੇ ਤਹਿਤ ਉਹ ਵਿੱਚੋਂ ਨਸ਼ਰ ਹੋ ਚੁੱਕੇ ਆ ਕਿ ਨਹੀਂ ਹੋ ਚੁੱਕੇ ਤੇ ਤਾਂ ਇਹ
ਅਗਲੀ ਪੈਰਵਾਈ ਜਿਹੜੀ ਜਦੋਂ ਹੋਣੀ ਹੈ ਅਦਾਲਤ ਦੇ ਵਿੱਚ, ਉਦੋਂ ਪੁਲਿਸ ਨੇ ਇਹ ਜਾ ਕੇ ਉੱਥੇ ਆਪਣੀ ਰਿਪੋਰਟ ਦੇਣੀ ਹੈ ਕਿ 302 ਦੇ ਜਿਹੜਾ ਵਾਰੰਟ ਹੈ ਉਹਦੇ ਤਹਿਤ ਅਸੀਂ ਕਾਰਵਾਈ ਕਿਹੜੀ ਕੀਤੀ। ਸੋ ਇਹਦੇ ਵਿੱਚ ਪੰਦੇਰ ਸਾਹਿਬ ਅਜੇ ਤੱਕ ਮੀਡੀਆ 'ਚ ਇੱਕ ਲਾਈਨ ਵੀ ਨਹੀਂ ਆਈ ਕਿ ਸਮੇਤ ਸੈਣੀ ਦੇ ਖਿਲਾਫ ਇਦਾਂ ਕੋਈ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹੈ ਜਾਂ ਉਹਨਾਂ ਪੁਲਿਸ ਅਧਿਕਾਰੀਆਂ ਦੇ ਐਮਪਲਾਈ ਦੇ ਖਿਲਾਫ ਕੋਈ ਕਾਰਵਾਈ ਹੋਈ ਹੈ ਜਿਨ੍ਹਾਂ 'ਚੋਂ ਨਿਕਲ ਕੇ ਸਮੇਤ ਸੈਣੀ ਸੁਪਰੀਮ ਕੋਰਟ ਪਹੁੰਚ ਗਿਆ। ਕੋਈ ਇਹੋ ਜਿਹੀ ਜਾਣਕਾਰੀ ਅਜੇ ਤੱਕ ਬਾਹਰ ਮੀਡੀਆ 'ਚ ਨਹੀਂ ਆਈ। ਹਾਂਜੀ, ਕਿਉਂਕਿ ਸੁਮੇਧ ਸੈਣੀ ਨੇ ਹੁਣ ਤੱਕ ਜਿਹੜੀਆਂ ਕੀਤੀਆਂ ਨੇ ਲੋਕਲ ਕੋਰਟ, ਫਿਰ ਹਾਈ ਕੋਰਟ, ਫਿਰ ਹੁਣ ਸੁਪਰੀਮ ਕੋਰਟ, ਉਹ ਐਂਟੀਸਿਪੇਟਰੀ ਬੇਲ ਹੈ। ਉਹ ਇਹ ਹੈ ਕਿ ਜੀ ਮੈਨੂੰ ਉਹ ਖਦਸ਼ਾ ਹੈ ਕਿ ਮੈਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਉਹਦੇ ਵਾਸਤੇ ਮੈਨੂੰ ਜ਼ਮਾਨਤ ਚਾਹੀਦੀ। ਸੋ ਅਦਾਲਤਾਂ ਨੇ 302 ਦੀ ਦਫਾ ਦੇ ਵਿੱਚ ਐਂਟੀਸਿਪੇਟਰੀ ਬੇਲ ਜਿਹੜੀ ਹੈ ਉਹ ਨਹੀਂ ਮਿਲਦੀ। ਇਹ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਸੁਮੇਧ ਸੈਣੀ ਉਹਨਾਂ ਨੂੰ ਖੁਦ ਪਤਾ ਹੋਣਾ, ਬਤੌਰ ਪੁਲਿਸ ਚੀਫ ਰਹੇ ਆ, ਤੇ ਉਹਨਾਂ ਨੂੰ ਖੁਦ ਪਤਾ ਹੋਏਗਾ ਕਿ ਜਦੋਂ ਇੱਕ ਮੁਜਰਮ ਹੁੰਦਾ ਜਿਹਦੇ ਉੱਤੇ 302 ਦੀ ਦਫਾ ਲੱਗ ਗਈ ਆ, ਵੀ ਕਤਲ ਦੇ ਕੇਸ ਦੀ ਧਾਰਾ ਲੱਗ ਗਈ ਆ, ਫਿਰ ਜ਼ਮਾਨਤ ਨਹੀਂ ਹੁੰਦੀ ਆਮ ਤੌਰ ਦੇ ਉੱਪਰ ਜਦ ਤੱਕ ਇਹ ਸਾਬਤ ਨਾ ਹੋ ਜਾਏ ਕਿ ਇਹ ਜਿਹੜੀ 302 ਦਾ ਕੇਸ ਹੈ ਇਹ ਮੈਲਾਫਾਈਡ ਇੰਟੈਂਸ਼ਨ ਹੈ। ਇਹਦੇ ਵਿੱਚ ਗੱਲ ਹੋਰ ਸੰਜੀਦਾ ਹੋ ਜਾਂਦੀ ਹੈ ਕਿ ਜਦੋਂ ਸੁਮੇਧ ਸੈਣੀ ਬਤੌਰ SSP ਚੰਡੀਗੜ੍ਹ ਸੀਗੇ ਤੇ ਉਦੋਂ ਬਲਵੰਤ ਸਿੰਘ ਮੁਲਤਾਨੀ ਇਹ ਜਿਹੜਾ ਕੇਸ ਹੋਇਆ, ਉਦੋਂ ਦੇ ਉਸ ਵੇਲੇ ਦੇ ਦੋ ਉਹਨਾਂ ਦੇ ਆਪਣੇ ਹੀ ਇੰਸਪੈਕਟਰ ਜਿਹੜੇ ਸੀ ਉਹ ਵਾਅਦਾ ਮਾਫ ਗਵਾਹ ਬਣ ਚੁੱਕੇ ਨੇ। ਜੀ ਹਰਕਮਲ ਜੀ, ਜਿੱਦਾਂ ਪ੍ਰਾਸ਼ਾ ਜੀ ਨੇ ਕਿਹਾ, ਪੰਦੇਰ ਸਾਹਿਬ ਨੇ ਕਿਹਾ, ਇੰਡੀਅਨ ਸਟੇਟ ਦੀ ਗੱਲ ਕੀਤੀ ਹੈ, ਪੰਦੇਰ ਜੀ ਨੇ, ਪ੍ਰਾਸ਼ਾ ਜੀ ਨੇ ਪੋਲੀਟੀਕਲ ਸਿਸਟਮ ਦੀ ਗੱਲ ਕੀਤੀ ਹੈ, ਚਾਹੇ ਅਕਾਲੀ ਦਲ ਲੈ ਲਈਏ, ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਸਾਰੀਆਂ ਧਿਰਾਂ ਹੀ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਸਮੇਤ ਸੈਣੀ ਨੂੰ ਜਿਹੜੀ ਛਤਰਛਾਇਆ ਦਿੰਦੀਆਂ, ਉਹਨੂੰ ਬਚਾ ਕਰਦੀਆਂ ਨਜ਼ਰ ਆ ਰਹੀਆਂ। ਜਿੱਦਾਂ ਮੈਂ ਕਿਹਾ ਕਿ ਕੇਸ ਜ਼ਰੂਰ, ਜਿੱਦਾਂ ਪੰਦੇਰ ਸਾਹਿਬ ਨੇ ਕਿਹਾ ਕਿ ਸਾਹਮਣੇ ਆ ਗਿਆ, ਕਈ ਕਾਰਨ ਹੋ ਸਕਦੇ ਹੈ, ਪਰ ਇਹਦੇ ਨਾਲ ਇੱਕ ਸਾਡਾ ਸਿਸਟਮ ਵੀ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋ ਰਿਹਾ ਹੈ। ਅਸੀਂ ਕਿਸ ਇਨਸਾਫ ਜਾਂ ਨਿਆਂ ਦੀ ਗੱਲ ਕਰਦੇ ਹਾਂ ਜਦੋਂ ਆਮ ਆਦਮੀ ਦੇ ਮਾਮਲੇ ਤੇ ਗੱਲ ਕਰਦੇ ਹਾਂ। ਜਗਤਾਰ ਜੀ, ਤੁਹਾਡੀ ਗੱਲ ਜੀ ਹਰਕਮਲ ਜੀ, ਹੈਗੀ ਹੈ। ਜਿਹੜਾ ਬੇਸਿਕ ਇਸ਼ੂ ਹੈ ਉਹ ਇਹੋ ਹੀ ਹੈ ਕਿ ਸਾਡਾ ਹਿੰਦੁਸਤਾਨ ਦੇ ਵਿੱਚ ਨਿਆਂ ਦਾ ਕੋਈ ਸਿਸਟਮ ਹੀ ਨਹੀਂ ਹੈਗਾ, ਰੂਲ ਆਫ ਲਾ ਦਾ ਕੋਈ ਸਿਸਟਮ ਹੀ ਨਹੀਂ ਹੈਗਾ। ਜਦੋਂ ਅੱਤਵਾਦ ਪੀਕ ਤੇ ਸੀ, ਮੈਨੂੰ ਇੱਕ ਨਿੱਕੀ ਜਿਹੀ ਇੰਸੀਡੈਂਟ ਯਾਦ ਹੈ। ਮੈਂ ਕਿਸੇ ਪੁਲਿਸ ਅਫਸਰ ਨੂੰ ਮਿਲਣ ਗਿਆ, ਮੈਂ ਟੈਲੀਫੋਨ ਤੇ ਸਵੇਰੇ ਗੱਲ ਕੀਤੀ, ਉਹਨਾਂ ਕਿਹਾ ਮੇਰੇ ਕੋਲ ਤੂੰ ਇੰਨੇ ਵਜੇ ਆ ਜੀ, ਤੇ ਜੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਤੂੰ ਵੇਟ ਕਰ ਲਈ। ਮੈਂ ਬੈਠਾ ਉਹਨਾਂ ਦੀ ਵੇਟ ਕਰ ਰਿਹਾ ਸੀ, ਉਹ ਆ ਗਏ, ਕਹਿੰਦੇ ਉਹ ਅੱਜ ਬੜਾ ਮੀਟਿੰਗ ਬਹੁਤ ਲੰਬੀ ਹੋ ਗਈ, ਫਲਾਣ ਹੋ ਗਈ। ਮੈਂ ਕਿਹਾ ਕੀ ਗੱਲ, ਕੀ ਸੀ ਮੀਟਿੰਗ? ਕਹਿੰਦਾ ਜੀ ਸਾਨੂੰ 300 ਬੰਦੇ ਦੀ ਲਿਸਟ ਪੜਾਤੀ ਹੈ ਜਿਹੜੇ ਜੇਲ੍ਹਾਂ 'ਚ ਬੰਦ ਨੇ ਮੁੰਡੇ, ਔਰ ਉਹ ਕਹਿੰਦੇ ਇਹਨਾਂ ਨੂੰ ਕੱਢ ਕੇ ਸਾਰਿਆਂ ਨੂੰ ਮਾਰੋ, ਨਹੀਂ ਤੇ ਕੱਲ ਨੂੰ ਜ਼ਮਾਨਤਾਂ ਲੈ ਕੇ ਬਾਹਰ ਆ ਗਏ ਇਹ ਸਾਰੇ ਜਿਹੜੇ ਨੇ ਦੁਬਾਰਾ ਫਿਰ ਅੱਤਵਾਦੀ ਹੈਗੇ ਨੇ ਔਰ ਇਹ ਕਾਰਵਾਈਆਂ ਕਰਨਗੇ। ਮੈਂ ਕਿਹਾ ਜੀ ਕਿਸ ਤਰ੍ਹਾਂ? ਕਹਿੰਦੇ ਜੀ ਸਾਰਿਆਂ ਨੂੰ ਬਾਹਰ ਲੈ ਕੇ ਆਓ, ਕਿਸੇ ਨਾ ਕਿਸੇ ਹੋਰ ਕੇਸ ਦੇ ਵਿੱਚ ਕੋਈ ਨਵਾਂ ਕੇਸ ਬਣਾ ਕੇ ਤੇ ਬਾਹਰ ਲਿਆ ਕੇ ਇਹਨਾਂ ਦਾ ਕੰਮ ਕਰ ਦਿਓ। ਔਰ ਉਹੀ ਹੋਇਆ ਕਿ ਉਹਦੇ ਤੋਂ ਬਾਅਦ ਡੇਲੀ ਰੋਜ਼ 5-5 6-6 ਬੰਦੇ ਜਿਹੜੇ ਜੇਲ੍ਹਾਂ 'ਚੋਂ ਬਾਹਰ ਲਿਆ ਰਹੇ ਸੀ, ਉਹਨਾਂ ਨੂੰ ਲਿਆ ਕੇ ਸ਼ੋਅ ਕੀਤਾ ਗਿਆ ਜੀ। ਉਹ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਰੇ ਮਾਰ ਦਿੱਤੇ ਗਏ। ਜੇ ਇੱਕ ਆਫੀਸ਼ੀਅਲ ਲਿਸਟ ਬਣ ਸਕਦੀ ਹੈ, ਉਹ ਬਕਾਇਦਾ ਇੱਕ ਫਾਈਲ ਬਣੀ, ਉਹਦੇ ਤੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਪੂਰੀ ਧਿਆਨ ਦੇ ਵਿੱਚ ਸੀ। ਪੰਜਾਬ ਗਵਰਨਮੈਂਟ ਦੇ ਵੈਰੋ ਉਦੋਂ ਸਾਡਾ ਪੰਜਾਬ ਦਾ DGP ਸੀ, ਜਿਹੜੇ ਅੱਜ ਦੀ ਡੇਟ 'ਚ ਬੜੇ ਮਨੁੱਖੀ ਅਧਿਕਾਰਾਂ ਦੇ ਆਰਟੀਕਲ ਲਿਖਦੇ ਨੇ। ਮਨੁੱਖੀ ਅਧਿਕਾਰਾਂ ਦੀ ਬਹੁਤ ਗੱਲ ਕਰਦੇ ਆ, ਇਹੋ ਜਿਹੇ ਕੰਮ ਕਰ ਸਕਦੀ ਹੈ। ਮੈਂ ਸਮਝਣਾ ਜੇ ਕੋਈ ਅੱਤਵਾਦੀ ਹੈਗਾ ਠੀਕ ਹੈ, ਜੇ ਜੋ ਦੇਸ਼ ਦਾ ਕਾਨੂੰਨ ਜਿਸ ਢੰਗ ਦੇ ਨਾਲ ਕਹਿੰਦਾ ਕਿ ਉਹਦੇ ਨਾਲ ਨਿਪਟੋ, ਕਾਨੂੰਨ ਨੂੰ ਅਮੈਂਡ ਕਰ ਲਓ। ਜੇ ਤੁਹਾਡਾ ਕਾਨੂੰਨ ਇਫੈਕਟਿਵ ਨਹੀਂ ਹੈਗਾ, ਤੁਸੀਂ ਕਾਨੂੰਨ ਨੂੰ ਅਮੈਂਡ ਕਰੋ, ਕਾਨੂੰਨ ਨੂੰ ਸਖਤ ਕਰੋ, ਜੋ ਮਰਜ਼ੀ ਕਰੋ, ਪਰ ਕੋਈ ਕਾਇਦਾ ਕਾਨੂੰਨ ਤੇ ਰੱਖੋ। ਇਹ ਤੇ ਕੋਈ ਕੰਮ ਨਹੀਂ। ਜਦੋਂ ਤੁਸੀਂ ਪੁਲਿਸ ਨੂੰ ਇਹ ਛੁੱਟੀ ਦੇ ਦੋਗੇ ਕਿ ਤੁਸੀਂ ਬੰਦੇ ਮਾਰ ਸਕਦੇ ਹੋ, ਫਿਰ ਜੇ 5 ਬੰਦੇ ਠੀਕ ਮਾਰਨਗੇ, ਨਾਲ 2 ਕੋਈ ਹੋਰ ਵੀ ਮਾਰ ਦੇਣਗੇ, ਨਜਾਇਜ਼ ਵੀ ਮਾਰ ਦੇਣਗੇ, ਉਹ ਆਪਣਾ ਕੰਮ ਵੀ ਨਾਲ ਕਰਨਗੇ ਕੋਈ ਨਾ ਕੋਈ। ਪਰ ਜਦੋਂ ਤੁਸੀਂ ਇਹੋ ਜਿਹੇ ਇੱਕ ਮਾਫੀਆ ਔਰ ਗੁੰਡੇ ਪੁਲਿਸ ਦੇ ਵਿੱਚ ਜਾਂ ਸਰਕਾਰੀ ਤੁਸੀਂ ਏਜੰਸੀਆਂ 'ਚ ਖੜੇ ਕਰ ਲੋਗੇ, ਉਹ ਆਊਟ ਆਫ ਕੰਟਰੋਲ ਵੀ ਤੁਹਾਡੇ ਤੋਂ ਹੋ ਸਕਦੇ ਨੇ, ਉਹ ਤੁਹਾਨੂੰ ਬਲੈਕਮੇਲ ਵੀ ਕਰ ਸਕਦੇ ਨੇ। ਔਰ ਉਹ ਅੱਜ ਇਹੋ ਹੋ ਰਿਹਾ ਕਿ ਤੁਸੀਂ ਦੇਖੋ ਕਿ ਸੁਮੇਧ ਸੈਣੀ ਨੂੰ ਅੱਜ ਦੀ ਡੇਟ 'ਚ ਆਪ ਨੂੰ ਸਮਝ ਨਹੀਂ ਪੈ ਰਹੀ ਵੀ ਇਹ ਮੇਰੇ ਨਾਲ ਕੀ ਹੋ ਗਿਆ। ਇਸ ਬੰਦੇ ਨੂੰ ਕੋਈ ਇੱਕ ਬੰਦਾ ਇਹ ਤੇ ਮਾਰਿਆ ਨਹੀਂ ਹੈਗਾ, ਹੋਰ ਬਹੁਤ ਬਾਪ ਲੋਕਾਂ ਨੂੰ ਦੱਸਦਾ ਰਿਹਾ ਕਿ ਮੈਂ ਫਲਾਣੇ ਨੂੰ ਇੱਦਾਂ ਮਾਰਿਆ, ਮੈਂ ਫਲਾਣੇ ਨੂੰ ਇੱਦਾਂ। ਮੈਨੂੰ ਸਾਡੇ DGP ਵਿਰਕ ਨੇ, ਮੈਨੂੰ ਉਹਨਾਂ ਨੇ ਆਪ ਗੱਲ ਸੁਣਾਈ।
ਜਿਹੜੇ ਅੱਜ ਦੀ ਡੇਟ 'ਚ ਜਿਨ੍ਹਾਂ ਦਾ ਬੇਟਾ ਉਹਨਾਂ ਦੇ ਖਿਲਾਫ ਕੇਸ ਲੜ ਰਿਹਾ, ਉਹ ਕਹਿੰਦੇ ਮੈਨੂੰ ਕੈਂਸਰ ਹੋ ਗਿਆ ਜੀ ਤੇ ਮੈਂ ਬੰਬੇ ਹਸਪੀਟਲ 'ਚ ਸੀ। ਸੁਮੇਧ ਸੈਣੀ ਕਹਿੰਦੇ ਇੱਕ ਮਹੀਨੇ ਲਈ ਮੇਰੇ ਕੋਲ ਆ ਗਿਆ ਛੁੱਟੀ ਲੈ ਕੇ ਕਿ ਜੀ ਮੈਂ ਤੁਹਾਡਾ ਧਿਆਨ ਰੱਖਾਂਗਾ, ਹਸਪੀਟਲ 'ਚ ਸੇਵਾ ਕਰਾਂਗਾ। ਉਹ ਕਹਿੰਦੇ ਮੈਂ ਇਹਨੂੰ 2 ਵਾਰੀ ਕਿਹਾ ਰਾਤੀ ਵੀ ਤੂੰ ਜਾ, ਤੂੰ ਕਿਉਂ ਸਾਰੀ ਰਾਤ ਇੱਥੇ ਬੈਠਾ ਰਹਿਣਾ ਮੇਰੇ ਕੋਲ, ਤੂੰ ਜਾ, ਤੂੰ ਆਪਣਾ ਜਾ ਕੇ ਸੌਂ ਜਾ, ਆਰਾਮ ਕਰ, ਮੈਨੂੰ ਤੇ ਪੇਨ ਹੈਗੀ ਹੈ। ਕਹਿੰਦੇ ਇੱਕ ਦਿਨ ਗਿਆ 11:30-12 ਵਜੇ ਵਾਪਸ ਆ ਗਿਆ। ਕਹਿੰਦੇ ਮੈਂ ਕਿ ਤੂੰ ਵਾਪਸ ਕਿਉਂ ਆਇਆ? ਕਹਿੰਦਾ ਜੀ ਮੈਨੂੰ ਰਾਤੀ ਤੇ ਨੀਂਦਰ ਆਉਂਦੀ ਨਹੀਂ, ਮੈਨੂੰ ਤਾਂ ਸਵੇਰੇ ਆਉਂਦੀ। ਕਹਿੰਦੇ ਕਿਉਂ? ਉਹ ਕਹਿੰਦੇ ਜਿੰਨੇ ਬੰਦੇ ਮਾਰੇ ਹੋਏ ਨੇ ਉਹਨਾਂ ਦੀਆਂ ਰੂਹਾਂ ਤੰਗ ਕਰਦੀਆਂ ਮੈਨੂੰ। ਥੈਂਕ ਯੂ ਵੈਰੀ ਮਚ ਹਰਕਮਲ ਜੀ, ਬਹੁਤ ਵੱਡਾ ਇਨਕਸ਼ਾਫ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਨਿਰਦੋਸ਼ ਜਿਹੜੇ ਲੋਕਾਂ ਦੇ ਖੂਨ ਨਾਲ ਸਿਸਟਮ ਦੇ ਰੰਗੇ ਹੋਏ ਆ ਹੱਥ, ਔਰ ਕਿਤੇ ਵੀ ਜਵਾਬਦੇਹੀ ਨਹੀਂ, ਚਾਹੇ ਅਦਾਲਤਾਂ ਦੀ ਗੱਲ ਕਰ ਲਈਏ ਚਾਹੇ ਸਿਸਟਮ ਦੀ ਗੱਲ ਕਰ ਲਈਏ। ਸਿਸਟਮ ਦੀ ਤਬਦੀਲੀ ਬਹੁਤ ਵੱਡਾ ਸਵਾਲ। ਇਹਨਾਂ ਮਾਮਲਿਆਂ ਤੇ ਆਪਾਂ ਕਰਾਂਗੇ ਚਰਚਾ ਜਾਰੀ ਰਹੇਗੀ। ਗੱਲ ਕਰਾਂਗੇ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਪ੍ਰਾਸ਼ਾ ਜੀ, ਬ੍ਰੇਕ ਤੋਂ ਪਹਿਲਾਂ ਹਰਕਮਲ ਜੀ ਨੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ। ਬੇਦੋਸ਼ੇ ਲੋਕਾਂ ਦੇ ਖੂਨ ਨਾਲ ਹੱਥ ਰੰਗਣ ਦੀ ਗੱਲ ਤਾਂ ਸਿਸਟਮ ਦੀ ਉਹਨਾਂ ਨੇ ਕੀਤੀ, ਉਹਨਾਂ ਨੇ ਸਿਸਟਮ ਸੁਧਾਰ ਦੀ ਗੱਲ ਕੀਤੀ ਹੈ। ਮੈਂ ਸਿਸਟਮ ਸੁਧਾਰ ਨਾਲ ਹੀ ਜੁੜੀ ਪੰਜਾਬ ਦੀ ਇੱਕ ਹੋਰ ਕੜੀ ਦੇ ਉੱਤੇ ਤੁਹਾਡਾ ਜਿਹੜਾ ਹੈਗਾ ਜਵਾਬ ਲੈਣਾ ਚਾਹਾਂਗਾ। ਉਹ ਹੈ ਕਿ ਪਿਛਲੇ ਦਿਨਾਂ 'ਚ ਆਪਾਂ ਇਸ ਮੁੱਦੇ ਤੇ ਚਰਚਾ ਵੀ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ 'ਚ ਉਹਨਾਂ ਦਾ ਨਾਂ ਚਰਚਾ 'ਚ ਹੈ। ਜਾਂਚ ਦੇ ਆਦੇਸ਼ ਹੋ ਗਏ ਹੈ। ਹਫ਼ਤੇ ਤੋਂ ਵੱਧ ਸਮਾਂ ਨਿਕਲ ਗਿਆ ਹੈ। ਕੀ ਲੱਗਦਾ ਹੈ ਪ੍ਰਾਸ਼ਾ ਜੀ ਇਸ ਮਾਮਲੇ 'ਚ ਕੋਈ ਡਿਵੈਲਪਮੈਂਟ ਜਾਂ ਕੋਈ ਅੱਗੇ ਗੱਲ ਨਜ਼ਰ ਆਈ ਹੈ? ਜੇ ਕੈਬਨਿਟ ਮੰਤਰੀਆਂ ਤੇ ਇਹੋ ਜਿਹੇ ਇਲਜ਼ਾਮ ਲੱਗਦੇ ਹੈ ਔਰ ਹਫ਼ਤਾ 10 ਦਿਨ ਦੇ ਵਿੱਚ ਸਿਸਟਮ ਹੀ ਜਿਹੜਾ ਹੈਗਾ ਚੁੱਪ ਰਹਿੰਦਾ ਹੈ, ਕੀ ਫਿਰ ਸਿਸਟਮ ਦੇ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ, ਜਿਹਦੀ ਗੱਲ ਹਰਕਮਲ ਜੀ ਨੇ ਬ੍ਰੇਕ ਤੋਂ ਪਹਿਲਾਂ ਕੀਤੀ ਸੀ? ਜੀ ਪ੍ਰਾਸ਼ਾ ਜੀ। ਜਗਤਾਰ ਜੀ, ਇਹਦੇ ਵਿੱਚ ਜਿਸ ਤਰ੍ਹਾਂ ਕਿ ਹਰਕਮਲ ਜੀ ਨੇ ਕਿਹਾ ਹੈ ਕਿ ਇਹੋ ਜਿਹੇ ਕੰਮ ਪੋਲੀਟੀਕਲ ਸਪੋਰਟ, ਪੋਲੀਟੀਕਲ ਪ੍ਰੋਟੈਕਸ਼ਨ ਦੇ ਬਿਨਾਂ ਨਹੀਂ ਹੋ ਸਕਦੇ। ਉਸ ਵੇਲੇ ਅੱਤਵਾਦ ਦਾ ਦੌਰ ਜਿਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਤਾਂ ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ 'ਚ ਲੜਾਈ ਲੱਗੀ ਹੋਈ ਹੈ ਜੀ। ਪਹਿਲਾ ਜਿਹੜਾ ਆਪਣਾ ਇਹ ਜਿਹੜਾ ਪ੍ਰਿੰਸੀਪਲ ਹੈ ਜਾਂ ਪਹਿਲੀ ਜਿਹੜੀ ਆਪਣੀ ਪ੍ਰਾਇੋਰਟੀ ਹੈ ਉਹ ਹੈ ਸਰਵਾਈਵ ਕਰੋ, ਜਾਂ ਮਰ ਜਾਓ ਜਾਂ ਮਾਰ ਜਾਓ। ਇਹ ਜਿਸ ਵੇਲੇ ਇਹੋ ਜਿਹੇ ਹਾਲਾਤ ਬਣਦੇ ਹੈ ਤਾਂ ਉਹਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਅਫਸਰ ਜਿਹੜੇ ਹੈ, ਜਾਂ ਚਾਹੇ ਫੌਜ ਹੋਵੇ, ਚਾਹੇ ਪੁਲਿਸ ਹੋਵੇ, ਚਾਹੇ ਕੋਈ ਹੋਵੇ, ਉਹ ਦੇ ਬਿਕਮ ਰੋਗ ਐਲੀਮੈਂਟਸ। ਔਰ ਇਹੋ ਜਿਹੇ ਜਿਹੜੇ ਕੰਮ ਆਪਾਂ ਜਿਹੜੇ ਜਗਤਾਰ ਜੀ ਨੇ ਬੜੇ ਔਰ ਹਰਕਮਲ ਜੀ ਨੇ ਬੜੇ ਡਿਟੇਲ 'ਚ ਦੱਸੇ ਹੈ, ਉਹ ਜਿਸ ਵੇਲੇ ਬੰਦਾ ਰੋਗ ਹੋ ਜਾਂਦਾ ਨਾ ਜੀ, ਕੋਈ ਉਹ 'ਤੇ ਰੂਲ ਰੈਗੂਲੇਸ਼ਨ ਲਾਗੂ ਨਹੀਂ ਹੁੰਦਾ, ਤਾਂ ਫਿਰ ਉਹ ਇਸ ਤਰ੍ਹਾਂ ਹੀ ਚੱਲਦੇ ਹੈ। ਔਰ ਹੁਣ ਵੀ ਮੈਂ ਸਮਝਦਾ ਹੈ ਕਿ ਜਿਸ ਤਰ੍ਹਾਂ ਇਹ ਪੰਦੇਰ ਸਾਹਿਬ ਨੇ ਕਿਹਾ ਸੀ ਕਿ ਹੁਣ ਇਹ ਜਿਹੜਾ ਕੇਸ ਹੈ ਬੜਾ ਪੁਰਾਣਾ ਹੈ ਔਰ ਹੁਣ ਲਾਈਮਲਾਈਟ 'ਚ ਇਸ ਕਰਕੇ ਹੋਇਆ ਹੈ ਕਿ ਇਹ ਫਿਰ ਜਿਹੜੀ ਹੈ ਪੋਲੀਟੀਕਲ ਜਿਹੜੀ ਰੰਜਿਸ਼ ਦਾ ਹੀ ਸਵਾਲ ਹੈ। ਜਿਵੇਂ ਪਹਿਲੇ ਵਾਰ ਜਿਹੜੇ ਅਕਾਲੀਆਂ ਦਾ ਰਾਜ ਸੀ ਤੇ ਕਾਂਗਰਸੀਆਂ ਦੇ ਕੁਝ ਆਗੂਆਂ ਨੂੰ ਇਸੀ ਸੁਮੇਧ ਸਿੰਘ ਸੈਣੀ ਨੇ ਫੜ ਕੇ ਜੇਲ੍ਹ 'ਚ ਵੀ ਤੁੰਨਿਆ ਸੀ। ਤਾਂ ਤੁਸੀਂ ਇਹ ਵੀ ਸੁਣਿਆ ਹੋਣਾ ਹੈ ਕਿ ਉਹਨਾਂ ਨੂੰ ਜੇਲ੍ਹ 'ਚ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਹੁਣ ਉਹਨਾਂ ਵਿੱਚੋਂ ਕੁਝ ਬੰਦੇ ਜਿਹੜੇ ਆ ਉਹ ਸੱਤਾ ਦੇ ਵਿੱਚ ਹੈਗੇ ਆ, ਉਹ ਇਹ ਕਹਿੰਦੇ ਆ ਕਿ ਹੁਣ ਸਾਡੇ ਹੁਣ ਕਾਬੂ ਆ ਗਿਆ, ਛੱਡਣਾ ਨਹੀਂ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਹੁਣ ਘਟਨਾਕ੍ਰਮ ਇਸ ਕਰਕੇ ਚੱਲ ਰਿਹਾ ਨਾ ਜੀ, ਉਹ ਇਹ ਉਸੀ ਕੜੀ ਦਾ ਇਹ ਸਿਲਸਿਲਾ ਹੈਗਾ ਜੀ। ਹੁਣ ਤੁਸੀਂ ਆ ਤੁਸੀਂ ਧਰਮਸੋਤ ਦੇ ਉੱਤੇ, ਧਰਮਸੋਤ ਦੀ ਵੀ ਗੱਲ ਉੱਥੇ ਆ ਜਾਂਦੀ ਹੈ ਕਿ ਪੋਲੀਟੀਕਲ ਪ੍ਰੋਟੈਕਸ਼ਨ ਦੇ ਬਿਨਾਂ ਕੋਈ ਜਿਹੜੀ ਹੈ ਗੱਡੀ ਅੱਗੇ ਨਹੀਂ ਚੱਲਦੀ। ਹੁਣ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ, ਉਹਨਾਂ ਦੇ ਅੰਡਰ ਹੈ ਮੰਤਰੀ ਸਾਰੇ ਕੰਮ ਕਰ ਰਹੇ ਹੈ। ਕੈਪਟਨ ਸਾਹਿਬ ਦਾ ਜੋ ਐਟੀਟਿਊਡ ਹੈ ਸਰਕਾਰ ਚਲਾਉਣ ਦਾ, ਜਿੱਦਾਂ ਲੇਟ ਬੈਕ ਹੈ ਕਿ ਹਾਂ ਵੀ ਆਪਣਾ ਫਾਰਮ ਹਾਊਸ 'ਤੇ ਬੈਠੋ, ਉੱਥੋਂ ਵੀਡੀਓ ਕਾਨਫਰੰਸ ਕਰ ਦਿਓ, ਡਾਇਰੈਕਸ਼ਨ ਦੇ ਦਿਓ, ਅਫਸਰ ਇੰਪਲੀਮੈਂਟ ਕਰ ਦਿੰਦੇ ਹੈ। ਉਹ ਜਿਹੜਾ ਰਾਜ ਭਾਗ ਜਿਹੜਾ ਚੱਲ ਰਿਹਾ ਉਹ ਹੁਣ ਆਟੋ ਪਾਇਲਟ ਦੇ ਉੱਤੇ ਹੀ ਹੈਗਾ। ਉਹਨਾਂ ਨੇ ਆਪਣੇ ਮੰਤਰੀਆਂ ਨੂੰ, ਆਪਣੇ ਐਮਐਲਏਆਂ ਨੂੰ ਖੁੱਲ੍ਹੀ ਛੁੱਟੀ ਕੀਤੀ ਹੈ ਕਿ ਵੀ ਤੁਹਾਨੂੰ ਜੋ ਠੀਕ ਲੱਗਦਾ ਕਰੀ ਚੱਲੋ, ਸ਼ਿਕਾਇਤ ਮੇਰੇ ਕੋਲ ਨਹੀਂ ਆਉਣੀ ਚਾਹੀਦੀ। ਲੇਕਿਨ ਇਹ ਜਿਹੜਾ ਮਾਮਲਾ ਇਹਦੇ ਨਾਲ ਸ਼ਿਕਾਇਤ ਵੀ ਆ ਗਈ ਹੈ ਔਰ ਰੌਲਾ ਵੀ ਪੈ ਗਿਆ। ਸਿਆਸੀ ਪਾਰਟੀਆਂ ਨੇ ਆਪਣੇ ਝੰਡੇ ਵੀ ਚੱਕ ਲਏ ਹੈ, ਕੋਈ ਅਰਸੀ ਬਹੁਤ ਬਕਾਲਾ ਮੁਜ਼ਾਹਰਾ ਕਰ ਰਿਹਾ ਹੈ, ਕੋਈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਤਾਂ ਇਸ ਕਰਕੇ ਇਸ ਇਸ਼ੂ ਦੇ ਉੱਤੇ ਈਵਨ ਪਾਰਟੀ ਦੇ ਅੰਦਰ ਵੀ ਜਿਹੜੀ ਹੈ ਉਹ ਖੁਸਪੁਟ ਸ਼ੁਰੂ ਹੋ ਗਈ ਹੈ ਕਿ ਜੀ ਇਹਦਾ ਕੋਈ ਨਾ ਕੋਈ ਆਪਾਂ ਨੂੰ ਇਲਾਜ ਕਰਨਾ ਪੈਣਾ, ਕਰੋ। ਹੁਣ ਹੋਇਆ ਇਉਂ ਹੈ ਕਿ ਇਹ ਜਿਹੜਾ ਸ਼ਡਿਊਲਡ ਕਾਸਟ ਸਕਾਲਰਸ਼ਿਪ ਜਿਹੜਾ ਸਕੈਮ ਹੈਗਾ, ਇਹਦੇ ਪੈਸੇ ਸੈਂਟਰ ਤੋਂ ਆਉਂਦੇ ਸੀ, ਸੈਂਟਰ ਤੋਂ ਪੰਜਾਬ ਵਾਲੇ ਵੰਡਦੇ ਸੀ। ਹੁਣ ਜਿਹੜੇ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸਿੰਘ ਸਰੋਜ ਨੇ ਇਹਦੀ ਇਨਕੁਆਇਰੀ ਕਰਕੇ ਰਿਪੋਰਟ ਇਹ ਦਿੱਤੀ ਹੈ
ਕਿ ਜੀ ਇਹਦੇ ਵਿੱਚ ਤਾਂ ਅੱਧੇ ਤੋਂ ਜ਼ਿਆਦਾ ਜਿਹੜੇ ਪੈਸੇ ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਆ, ਖੁਰਦ-ਬੁਰਦ ਹੋ ਗਏ ਆ, ਕਈ ਫਰਜ਼ੇ ਇਦਾਰਿਆਂ ਨੂੰ ਦੇ ਦਿੱਤੇ ਗਏ ਆ। ਇਹਦੇ ਨੂੰ ਰਿਕਵਰ ਕਰੋ ਜਾਂ ਇਹਦਾ ਪਤਾ ਕਰੋ ਕਿੱਥੇ ਗਿਆ। ਉਹਨਾਂ ਨੇ ਆਪਣੀ ਰਿਪੋਰਟ ਮੰਤਰੀ ਨੂੰ ਬਾਇਸ ਕਰਕੇ ਸਿੱਧੀ ਚੀਫ ਸੈਕਟਰੀ ਨੂੰ ਦਿੱਤੀ ਹੈ ਔਰ ਸੀਐਮ ਦੇ ਨੋਟਿਸ 'ਚ ਆਈ ਹੈ। ਹੁਣ ਚੀਫ ਸੈਕਟਰੀ ਆਪਣੇ ਸੀਐਮ ਸਾਹਿਬ ਨੇ ਇਹਨੂੰ ਫਰਦਰ ਇਨਕੁਆਇਰੀ ਲਈ ਚੀਫ ਸੈਕਟਰੀ ਨੂੰ ਕਹਿ ਦਿੱਤਾ। ਉੱਧਰੋਂ ਜਿਹੜੀ ਅਕਾਲੀ ਬੀਜੇਪੀ ਉਹ ਐਕਟਿਵ ਹੋ ਗਈ, ਉਹਨਾਂ ਨੇ ਸੈਂਟਰ ਨੂੰ ਜਾ ਕੇ ਸ਼ੇਅਰ ਕਰਤੀ ਹੈ। ਗਵਰਨਮੈਂਟ ਆਫ ਇੰਡੀਆ ਨੇ ਆਪਣੀ ਇਨਕੁਆਇਰੀ ਆਰਡਰ ਕਰ ਦਿੱਤੀ ਹੈ। ਹੁਣ ਇਹ ਇਨਕੁਆਇਰੀਆਂ ਦੇ ਵਰਸਸ ਇਨਕੁਆਇਰੀ ਦਾ ਜਿਹੜਾ ਹੈ ਇਹੀ ਤਮਾਸ਼ਾ ਚੱਲੀ ਜਾਣਾ। ਔਰ ਮੈਂ ਸਮਝਦਾ ਹਾਂ ਕਿ ਸਾਲ ਡੇਢ ਸਾਲ ਰਹਿ ਗਿਆ ਨਵੇਂ ਇਲੈਕਸ਼ਨ ਦੇ ਵਿੱਚ, ਤਾਂ ਤੱਕ ਇਸ ਤਰ੍ਹਾਂ ਅਗਰ ਚੱਲਦਾ ਰਹਿੰਦਾ ਧਰਮਸੋਤ ਜਿਹੜਾ ਹੈ ਉਹ ਸਾਫ਼ ਬਚ ਕੇ ਨਿਕਲ ਜਾਏਗਾ। ਹਾਲਾਂਕਿ ਪਾਰਟੀਆਂ ਡਿਮਾਂਡ ਕਰ ਰਹੀਆਂ ਕਿ ਅਸਤੀਫਾ ਦੇਣ, ਲੇਕਿਨ ਸੀਆ ਸਾਹਿਬ ਲੱਗਦਾ ਹੈ ਉਹ ਹੈ ਕਿ ਅਸਤੀਫਾ ਉਹਨਾਂ ਤੋਂ ਲੈਣ ਦੇ ਕੋਈ ਮੂਡ 'ਚ ਨਹੀਂ ਹੈ। ਜਿੰਨੇ ਤੱਕ ਉਹਨਾਂ ਦੇ ਉੱਤੇ ਹਾਈ ਕਮਾਂਡ ਦਾ ਕੋਈ ਪ੍ਰੈਸ਼ਰ ਨਹੀਂ ਬਣਦਾ। ਹਾਈ ਕਮਾਂਡ ਨੂੰ ਇਸ ਵੇਲੇ ਆਪਣੀ ਪਈ ਹੋਈ ਹੈ। ਮੈਂ ਸਮਝਦਾ ਹਾਂ ਕਿ ਕੋਈ ਇਹਦੇ 'ਤੇ ਨਵੀਂ ਡਿਵੈਲਪਮੈਂਟ ਨਹੀਂ ਹੋਣੀ। ਆਪਾਂ ਇਸੀ ਗਤੀ ਨਾਲ ਇਹ ਕੰਮ ਚੱਲਦਾ ਦੇਖਦੇ ਰਹਾਂਗੇ ਔਰ ਧਰਮਸੋਤ ਜਿਹੜਾ ਖੁੱਲ੍ਹੇਆਮ ਇਹਦੇ ਘੁੰਮਦਾ ਰਹੇਗਾ। ਜੀ ਬਿਲਕੁਲ ਜਿਹੜਾ ਪ੍ਰਾਸ਼ਾ ਜੀ, ਧਰਮਸੋਤ ਨੇ ਪਿਛਲੇ ਦਿਨਾਂ 'ਚ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਵੀ ਹੈ ਕਿ ਕੁਝ ਦਿਨਾਂ ਬਾਅਦ ਸਾਰਾ ਸੱਚ ਕਹਿੰਦਾ ਸਾਹਮਣੇ ਆ ਜਾਏਗਾ। ਮੇਰੀ ਤਾਂ ਕੋਈ ਇੱਦਾਂ ਦੀ ਗੱਲ ਹੀ ਨਹੀਂ ਹੈ ਕਿ ਜਿਹੜਾ ਮੇਰੇ 'ਤੇ ਕੋਈ ਐਲੀਗੇਸ਼ਨ ਲੱਗਦਾ ਹੋਵੇ। ਪੰਦੇਰ ਸਾਹਿਬ, ਸਾਧੂ ਸਿੰਘ ਧਰਮਸੋਤ ਦੇ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੇ ਅੱਗੇ ਆਦੇਸ਼ ਦਿੱਤਾ, ਜਾਂਚ ਬੈਠੀ, 3 ਸੀਨੀਅਰ ਜਿਹੜੇ ਹੋਰ ਇੱਕ IAS ਅਧਿਕਾਰੀ ਉਹਨਾਂ ਦੀ ਜਾਂਚ ਕਮੇਟੀ ਬਣੀ ਕਿ 3 ਦਿਨ ਦੇ ਅੰਦਰ ਰਿਪੋਰਟ ਆਏਗੀ। ਹਫ਼ਤਾ 10 ਦਿਨ ਨਿਕਲ ਗਏ ਹੈ, ਮੁਕੰਮਲ ਚੁੱਪਧਾਰੀ ਹੋਈ ਹੈ ਕੈਪਟਨ ਅਮਰਿੰਦਰ ਸਰਕਾਰ ਨੇ ਇਸ ਮੁੱਦੇ ਦੇ ਉੱਤੇ। ਪ੍ਰਾਸ਼ਾ ਜੀ ਦਾ ਕਹਿਣਾ ਹੈ ਕਿ ਕੁਝ ਨਹੀਂ ਹੋਣਾ, ਇਹ ਸਿਰਫ ਲਿਪਾ ਪੋਚੀ ਹੈ, ਇੱਦਾਂ ਹੀ ਜਾਂਚ ਦੇ ਮਾਮਲੇ ਚੱਲਦੇ ਰਹਿਣਗੇ ਅਤੇ ਇੱਦਾਂ ਹੀ ਲੁੱਟਾਂ ਖਸੁੱਟਾਂ ਦੇ ਜਿਹੜੇ ਮਾਮਲੇ ਮੀਡੀਆ 'ਚ ਰਿਪੋਰਟ ਹੁੰਦੇ ਰਹਿਣਗੇ। ਪੰਦੇਰ ਸਾਹਿਬ, ਸਿੱਧੂ ਸਾਹਿਬ, ਇਹਦੇ ਵਿੱਚ ਜਿਹੜੇ ਆਪਾਂ ਦੋਨੋਂ ਮੁੱਦੇ ਜੇ ਹੁਣ ਤੱਕ ਟੱਚ ਕੀਤੇ ਉਹਨਾਂ ਦਾ ਇੱਕ ਕਾਮਨ ਸੂਤਰ ਹੈ। ਉਹ ਇਹ ਹੈ ਕਿ ਜਿਹੜੀ ਸਾਡੀ ਦੇਸ਼ ਦੀ ਜਿਹੜੀ ਹੈਗੀ ਆ ਜਸਟਿਸ ਡਿਲੀਵਰੀ ਸਿਸਟਮ ਆ, ਜਿਹਨੂੰ ਨਿਆਂ ਪ੍ਰਣਾਲੀ ਕਹਿੰਦੇ ਆ ਆਪਾਂ, ਉਸ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ। ਗੱਲ ਜਿਸ ਤਰ੍ਹਾਂ ਹਰਕਮਲ ਭਾਜੀ ਨੇ ਗੱਲ ਕੀਤੀ ਵੀ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਅੱਤਵਾਦ ਦੇ ਵਿੱਚ ਲੋਕੀ ਅਕਿਊਜ਼ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਸੀ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕੀ ਹਾਲੇ ਵੀ 30 ਸਾਲ 40 ਜਿਹਨਾਂ ਨੂੰ ਸਿੱਖ ਕੈਦੀ ਆਪਾਂ ਹੁਣ ਅੱਜ ਕੱਲ੍ਹ ਕਹਿੰਦੇ ਆ, ਉਹਨਾਂ ਨੂੰ 30 ਸਾਲ ਤੋਂ ਉੱਤੇ ਉਹ ਜੇਲ੍ਹਾਂ ਦੇ ਵਿੱਚ ਬੰਦ ਪਏ ਆ, ਜਾਂ ਫਿਰ 30 ਸਾਲ ਕੇਸ ਚੱਲਦਾ ਹੀ ਨਹੀਂ, ਜਾਂ ਫਿਰ ਤੁਸੀਂ ਇਹ ਦੇਖੋ ਬਈ ਫੈਸਲੇ ਦੇ ਉੱਤੇ ਜਿਹੜੀ ਹੁੰਦੀ ਹੈ ਗੱਲ ਸਾਰੀ ਇਹ ਹੁੰਦੀ ਆ ਜਿਹੜੇ ਜਿਨ੍ਹਾਂ ਦੇ ਉੱਤੇ ਉਸ ਵੇਲੇ ਹਿੰਸਾ ਦਾ ਅਗਰ ਕੋਈ ਇਲਜ਼ਾਮ ਲੱਗਦਾ ਉਹਦੇ ਉੱਪਰ ਟਰਾਇਲ ਚੱਲਦੀ ਜਲਦੀ ਉਹਦਾ ਫੈਸਲਾ ਹੋ ਜਾਂਦਾ, ਤਾਂ ਸ਼ਾਇਦ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਦੇਸ਼ ਦੇ ਵਿੱਚ ਜਿਹੜੇ ਝੂਠੇ ਮੁਕਾਬਲੇ ਆ ਉਹ ਨਾ ਹੁੰਦੇ। ਤੇ ਅਗਰ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਝੂਠੇ ਮੁਕਾਬਲੇ ਕਰਦੇ ਆ ਉਹਨਾਂ ਦੇ ਉੱਤੇ ਵੀ ਇਮੀਡੀਏਟਲੀ ਤੁਰੰਤ ਕਾਰਵਾਈ ਹੋ ਜਾਂਦੀ, ਤਾਂ ਝੂਠੇ ਮੁਕਾਬਲੇ ਬਿਲਕੁਲ ਰੁਕ ਜਾਂਦੇ ਔਰ ਜਿਹੜੀਆਂ ਵਧੀਕੀਆਂ ਨੇ ਉਹ ਰੁਕ ਜਾਂਦੀਆਂ। ਔਰ ਇਹ ਗੱਲ ਇਹ ਹੈ ਕਿ ਜਿਹੜਾ ਸਾਡੇ ਨਿਆਂ ਪ੍ਰਣਾਲੀ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਖੜੋਤ ਹੈ, ਜਿਹੜੀ ਸਟੈਗਨੇਸ਼ਨ ਹੈ, ਉਹਦੇ ਕਾਰਨ ਇਹ ਹੈ ਕਿ ਲੋਕਾਂ ਨੂੰ ਜਾਂ ਈਵਨ ਜਿਹੜੇ ਹੈਗੇ ਆ ਆਫੀਸਰਸ ਨੇ ਉਹਨਾਂ ਨੂੰ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਕਾਰਵਾਈਆਂ ਕਰਨੀਆਂ ਪੈਂਦੀਆਂ। ਸੋ ਜਿਹਨੂੰ ਇਸੇ ਕਰਕੇ ਇਹ ਗੱਲ ਇਹ ਹੈ ਕਿ ਆਮ ਲੋਕਾਂ ਦਾ ਜਿਹੜਾ ਜਿਸ ਤਰ੍ਹਾਂ ਤੁਸੀਂ ਸਾਧੂ ਸਿੰਘ ਧਰਮਸੋਤ ਦੀ ਵੀ ਗੱਲ ਕਰਦੇ ਹੋ, ਜਦੋਂ ਇਹਦੇ ਉੱਪਰ ਕੋਈ ਇਸ ਇਸ਼ੂ ਦੇ ਉੱਤੇ ਚਾਹੇ ਮੰਤਰੀ ਉਹਦੇ ਵਿੱਚ ਇਨਵੋਲਵਡ ਹੈ ਜਾਂ ਨਹੀਂ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ, ਇਹਦੇ ਉੱਤੇ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਅੰਗਰੇਜ਼ੀ 'ਚ ਕਹਿੰਦੇ ਜਸਟਿਸ ਹੈਜ਼ ਨਾਟ ਟੂ ਬੀ ਡਨ, it must appear to have been delivered also, ਵੀ ਇਹ ਨਜ਼ਰ ਵੀ ਆਉਣੀ ਚਾਹੀਦੀ ਹੈ ਕਿ ਨਿਆਂ ਹੋ ਰਿਹਾ। ਸੋ ਇਹਦੇ ਵਿੱਚ ਬਈ ਸਰਕਾਰ ਦਾ ਅਮਲਾ ਜਿਹੜਾ ਸਰਕਾਰ ਦੀ ਰਿਟ ਹੈ ਉਹ ਨਜ਼ਰ ਵੀ ਆਵੇ ਨਾ ਵੀ ਸਰਕਾਰ ਕਿੱਥੇ ਚੱਲ ਰਹੀ ਹੈ। ਸੋ ਜਦੋਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ, ਜਦੋਂ ਬਾਰ-ਬਾਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਤੁਸੀਂ ਨਿਆਂ ਨਹੀਂ ਮਿਲਦਾ, ਜਿਵੇਂ ਹੁਣ ਬਰਗਾੜੀ ਦਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਵੀ ਗੱਲ ਹੈ। ਹੁਣ ਥਾਂ ਦੇ ਉੱਤੇ ਲੋਕਾਂ ਦੇ ਸਾਹਮਣੇ ਕੀ ਆ ਰਿਹਾ ਹੈ ਕਿ ਜੀ ਜਿਹੜੀ ਹੈਗੀ ਆ ਟੋਟਲ ਜਿਹੜੀ ਸਿਸਟਮ ਹੈ ਉਹ ਕਲੈਪਸ ਕਰ ਗਿਆ, ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੁੰਦਾ ਉਹ ਤੁਹਾਡੇ ਸਿਸਟਮ ਦੇ ਵਿੱਚ ਘਟਦਾ ਹੀ ਤੁਰਿਆ ਜਾਂਦਾ, ਤੇ ਉਹਦੇ ਵਿੱਚ ਜਿਹੜਾ ਗੈਰ ਸੰਵਿਧਾਨਕ ਜਾਂ ਗੈਰ ਜਮਹੂਰੀ ਤੌਰ ਤਰੀਕਿਆਂ ਵੱਲ ਲੋਕਾਂ ਦਾ ਰੁਝਾਨ ਜਿਹੜਾ ਹੁੰਦਾ ਉਹ ਵਧਣਾ ਸ਼ੁਰੂ ਹੋ ਜਾਂਦਾ। ਫਿਰ ਬਾਅਦ ਚੋਂ ਫਿਰ ਕਹਿੰਦੇ ਨਹੀਂ ਜੀ ਪੰਦੇਰ ਸਾਹਿਬ, ਮੈਂ ਤੁਹਾਡੇ ਧਿਆਨ 'ਚ ਹੀ ਲਿਆਉਣਾ ਚਾਹੁੰਦਾ, ਤੁਸੀਂ ਕਮੈਂਟਸ ਜ਼ਰੂਰ ਕਰਿਓ। ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਸਿੱਖ ਜਥੇਬੰਦੀਆਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਮੇਤ ਸੈਣੀ ਬਾਰੇ ਇਸ਼ਤਿਹਾਰ ਜਾਰੀ ਕੀਤਾ ਹੈ
ਕਿ ਕਿੱਥੇ ਹੈ ਸਮੇਤ ਸੈਣੀ, ਜਿਹੜਾ ਵੀ ਕੋਈ ਲੱਭ ਕੇ ਦੇਗਾ ਅਸੀਂ ਉਹਦੇ ਲਈ ਇਨਾਮ ਰੱਖਾਂਗੇ। ਯਾਨੀ ਤੁਸੀਂ ਦੇਖੋ ਇਹੋ ਜਿਹੀ ਸਥਿਤੀਆਂ ਪੈਦਾ ਹੋ ਰਹੀਆਂ ਹੈ। ਇਹ ਪੈਦਾ ਹੋਣ ਦੀ ਕੋਈ ਵਜ੍ਹਾ ਹੈ ਜਿਸ ਕਰਕੇ ਕਿਉਂਕਿ ਸਿਸਟਮ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਨਹੀਂ, ਉਹੀ ਮੈਂ ਗੱਲ ਕਰ ਰਿਹਾ ਜੀ। ਤੇ ਫਿਰ ਸਿਸਟਮ ਤੋਂ ਜਦੋਂ ਭਰੋਸਾ ਉੱਠ ਜਾਂਦਾ ਫਿਰ ਜਿਹੜੇ ਹੈਗੇ ਆ ਗੈਰ ਕਾਨੂੰਨੀ ਤੌਰ ਤਰੀਕੇ ਲੋਕੀ ਅਪਣਾਉਣਾ ਸ਼ੁਰੂ ਕਰ ਦਿੰਦੇ ਆ। ਫਿਰ ਉਹਦੇ ਚ ਮਾਫੀਆ ਕਲਚਰ ਵਗੈਰਾ ਔਰ ਉਹ ਜਿਹੀਆਂ ਜਗ੍ਹਾ ਦੇ ਵਾਸਤੇ ਇਹੋ ਜਿਹੀਆਂ ਜਿਹੜੀਆਂ ਟੈਂਡੈਂਸੀਜ਼ ਨੇ ਉਹਨਾਂ ਵਾਸਤੇ ਖੁਦ ਅਸੀਂ ਜਿਹੜੀਆਂ ਪ੍ਰਸਥਿਤੀਆਂ ਪੈਦਾ ਕਰਦੇ ਹਾਂ ਕਿ ਤਾਂ ਕਿ ਜਿਹੜਾ ਹੈਗਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕੀ ਆਪਣੇ ਹੀ ਹਿਸਾਬ ਦੇ ਨਾਲ ਆਪਣਾ ਜਿਹੜਾ ਹੈਗਾ ਹਿਸਾਬ ਕਿਤਾਬ ਕਰ ਲੈਣ ਤੇ ਉਹ ਫਿਰ ਬਾਅਦ ਦੇ ਵਿੱਚ ਜਿਹੜੇ ਹੁੰਦੀਆਂ ਨੇ ਫਿਰ ਤੁਸੀਂ ਫੇਕ ਐਨਕਾਊਂਟਰ ਕਰਦੇ ਹੋ ਜਾਂ ਹੋਰ ਕਰਨੇ ਪੈਂਦੇ ਆ। ਉਹ ਸਾਰੇ ਦੇ ਸਾਰੇ ਇਸ਼ੂ ਜਿਹੜੇ ਆਉਂਦੇ ਆ ਉਹ ਉਸ ਮੁੱਦੇ ਸਾਹਮਣੇ ਆਉਂਦੇ। ਜੀ ਥੈਂਕ ਯੂ ਹਰਕਮਲ ਜੀ। ਜਿੱਦਾਂ ਪੰਦੇਰ ਸਾਹਿਬ ਨੇ ਕਮੈਂਟਸ ਕੀਤੇ ਆ ਕਿ ਜਦੋਂ ਸਿਸਟਮ ਫੇਲ ਹੋ ਜਾਂਦਾ ਤਾਂ ਇਹੋ ਜਿਹੇ ਮਾਮਲੇ ਉੱਠਦੇ ਆ। ਆਪਾਂ ਸਮੇਤ ਸੈਣੀ ਦਾ ਜ਼ਿਕਰ ਤਾਂ ਕੀਤਾ ਹੀ ਕੀਤਾ ਹੈ। ਹੁਣ ਜਿਹੜੀ ਤਾਜ਼ਾ ਸਿਸਟਮ ਦੀ ਗੱਲ ਕਰਦੇ ਹਾਂ, ਜਿਹੜੇ ਖੁਦ ਕੈਬਨਿਟ ਮੰਤਰੀ ਹੈ ਸਾਧੂ ਸਿੰਘ ਧਰਮਸੋਤ, ਉਹਨਾਂ ਬਾਰੇ ਕਰੋੜਾਂ ਰੁਪਏ ਦੇ ਉਹਨਾਂ ਦੇ ਡਿਪਾਰਟਮੈਂਟ 'ਚ ਘਪਲੇ ਦਾ ਜਿਹੜਾ ਮਾਮਲਾ ਉੱਠਿਆ ਹੈ, ਮੁੱਖ ਮੰਤਰੀ ਨੇ ਕਿਹਾ ਕਿ ਮੈਂ ਜਾਂਚ ਕਰਾਂਗਾ। ਵਿਰੋਧੀ ਧਿਰਾਂ ਨੂੰ ਕਿਹਾ ਜਾ ਰਿਹਾ ਕਿ ਇਹਦੇ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਜੇ ਕੱਲ੍ਹ ਨੂੰ ਇਸ ਮਾਮਲੇ ਸੱਚ ਸਾਹਮਣੇ ਨਹੀਂ ਆਏਗਾ ਤਾਂ ਫਿਰ ਕਿੱਦਾਂ ਤੰਤਰ 'ਤੇ ਭਰੋਸਾ ਰਹਿ ਸਕਦਾ ਹੈ? ਹਰਕਮਲ ਜੀ। ਜਗਤਾਰ ਜੀ, ਤੁਸੀਂ ਇਹ ਦੇਖੋ ਕਿ ਉਹਦੇ 'ਚ ਇੱਕ ਅਫਸਰ ਨੇ ਜਿਹੜਾ ਉਸ ਡਿਪਾਰਟਮੈਂਟ ਦਾ ਪ੍ਰਿੰਸੀਪਲ ਸੈਕਟਰੀ ਹੈ ਔਰ ਚੀਫ ਸੈਕਟਰੀ ਰੈਂਕ ਦੇ ਵਿੱਚ ਹੈਗਾ, ਐਡੀਸ਼ਨਲ ਚੀਫ ਸੈਕਟਰੀ ਹੈ। ਉਹਨੇ ਇੱਕ 50-60 ਪੇਜ ਦੀ ਇਨਕੁਆਇਰੀ ਕਰਕੇ ਦਿੱਤੀ ਹੈ, ਬਹੁਤ ਡਿਟੇਲਡ ਇਨਕੁਆਇਰੀ ਹੈ, ਜਿਹਦੇ 'ਚ ਉਹਨੇ ਸਾਰੇ ਫੈਕਟਸ ਸਾਹਮਣੇ ਲੈ ਕੇ ਆਉਂਦੇ ਨੇ। ਸਾਰਾ ਕੁਝ ਉਹਨੇ ਦੱਸਿਆ ਕਿ ਕਿੱਥੋਂ ਕਿੱਥੇ ਕੀ ਹੋਇਆ, ਕਿੱਥੇ ਕਿੰਨੀ ਹੇਰਾਫੇਰੀ ਹੋਈ, ਕਿੱਥੋਂ ਕਿੰਨਾ ਪੈਸਾ ਗਾਇਬ ਹੋਇਆ। PM ਸਾਹਿਬ ਜਾਂ ਸਰਕਾਰ ਉਹਦੇ ਤੇ ਇਤਬਾਰ ਕਰਨ ਨੂੰ ਤਿਆਰ ਨਹੀਂ। ਤੁਸੀਂ ਸੇਮ ਰੈਂਕ ਦਾ ਇੱਕ ਚੀਫ ਸੈਕਟਰੀ ਦੂਜਾ ਅਧਿਕਾਰੀ ਹੈ, ਤੁਸੀਂ ਉਹਨੂੰ ਕਹਿ ਰਹੇ ਹੋ ਜੀ ਤੁਸੀਂ ਉਹਨਾਂ ਤੇ ਇਨਕੁਆਇਰੀ ਕਰੋ। ਮੈਨੂੰ ਦੱਸੋ ਜੀ, ਪਹਿਲਾਂ ਤੇ ਜਿਸ ਕੇਸ ਦੇ ਵਿੱਚ ਇੱਕ ਮੰਤਰੀ ਦਾ ਨਾਂ ਆ ਰਿਹਾ ਹੈ ਉਹਦੇ ਚੀਫ ਸੈਕਟਰੀ ਕੀ ਇਨਕੁਆਇਰੀ ਕਰ ਲਏਗਾ? ਚੀਫ ਸੈਕਟਰੀ 'ਚ ਕੀ ਹਿੰਮਤ ਹੈ ਕਿ ਉਹ ਮੰਤਰੀ ਦਾ ਨਾਂ ਲੈ ਲੇ? ਚੀਫ ਸੈਕਟਰੀ ਆਪਣੀ ਜਾਨ ਬਚਾਉਣ ਲਈ ਉਹ 3 ਅਧਿਕਾਰੀਆਂ ਹੋਰਾਂ ਦੀ ਕਮੇਟੀ ਬਣਾ ਰਿਹਾ ਕਿ ਜੇ ਤੁਸੀਂ ਮੈਨੂੰ ਇਨਕੁਆਇਰੀ ਕਰਕੇ ਦਿਓ ਤੇ ਮੈਂ ਅੱਗੋਂ ਫਿਰ ਭੇਜ ਦਿਆਂਗੀ। ਉਹ ਛੋਟੇ ਜਿਹੜੇ 3 ਅਧਿਕਾਰੀ ਨੇ ਉਹਨਾਂ ਵਿਚਾਰਿਆਂ 'ਚ ਕੀ ਜਾਨ ਹੈ ਕਿ ਉਹ ਕੋਈ ਇਨਕੁਆਇਰੀ ਕਰਨ, ਕਿਸੇ ਮੰਤਰੀ ਦਾ ਨਾਂ ਲੈਣ? ਇਹ ਮੈਨੂੰ ਲੱਗਦਾ ਕਿ ਸਾਰੀ ਡਰਾਮੇਬਾਜ਼ੀ ਹੈ। ਔਰ ਇੱਕ ਬੜੀ ਇੰਟਰਸਟਿੰਗ ਗੱਲ ਹੈ, ਮੈਨੂੰ ਕੱਲ 2 ਮੰਤਰੀਆਂ ਨੇ ਗੱਲ ਦੱਸੀ। ਉਹ ਕਹਿੰਦੇ ਜੀ ਉਸ ਧਰਮਸੋਤ ਤੇ ਕਹਿੰਦਾ ਹੈਗਾ ਕਿ ਮੈਂ ਤੇ CM ਸਾਹਿਬ ਦਾ ਸੀਰੀ ਹਾਂ, ਉਹਨਾਂ ਦੇ ਪਰਿਵਾਰ ਦਾ। ਤੇ ਕੀ ਬਾਤ ਹੈ, ਸੀਰੀ ਹੈ, ਸੀਰੀ ਕੇ ਸ਼ਬਦ ਵਰਤਦੇ ਆ। ਜੇ ਮੇਰਾ ਨਾਂ ਆਏਗਾ ਤੇ ਨਾਂ ਉਹਨਾਂ ਦਾ ਵੀ ਆਏਗਾ ਨਾਲ। ਕਹਿੰਦਾ ਮੈਂ ਕੋਈ ਕੱਲਾ ਤੇ ਹੈ ਨਹੀਂ। ਓਕੇ, ਉਹ ਤੁਸੀਂ ਦੇਖੋ ਜੇ ਇਹੋ ਜਿਹੀਆਂ ਗੱਲ, ਇਹ 2 ਮੰਤਰੀਆਂ ਨੇ ਮੈਨੂੰ ਗੱਲ ਦੱਸੀ, ਕਹਿੰਦੇ ਸਾਨੂੰ ਉਹ ਕਹਿ ਰਿਹਾ ਜੀ। ਆਪਾਂ ਕਈ ਦੂਜੇ ਰਾਜਾਂ 'ਚ ਵੀ ਦੇਖਿਆ, ਬਿਹਾਰ 'ਚ ਤੇ ਹੋਰ ਚਾਰਾ ਕਾਂਡ ਦੇ ਵਿੱਚ ਕੀ ਹੋਇਆ, ਅੱਜ ਤੱਕ ਲੋਕ ਜੇਲ੍ਹਾਂ 'ਚ ਬੈਠੇ ਆ। ਸਿਸਟਮ ਕਈ ਵਾਰੀ ਇਸ ਤਰ੍ਹਾਂ ਵੀ ਆਪਰੇਟ ਕਰਦਾ ਹੈ। ਪ੍ਰਾਸ਼ਾ ਜੀ, ਮੈਂ ਇੱਕ ਸਵਾਲ ਮੀਡੀਆ ਨਾਲ ਜੁੜਿਆ ਵੀ ਲੈਣਾ ਚਾਹਾਂਗਾ। ਜਿੱਦਾਂ ਆਪਾਂ ਮੁੱਦਿਆਂ 'ਤੇ ਚਰਚਾ ਕਰ ਰਹੇ ਹਾਂ, ਕਿੱਡੇ ਵੱਡੇ ਵੱਡੇ ਮੁੱਦੇ ਆ ਇਸ ਦੇਸ਼ ਦੇ ਅੰਦਰ, ਪਰ ਪਿਛਲੇ ਕੁਝ ਦਿਨਾਂ ਦੇ ਅੰਦਰ ਜਿਹੜਾ ਫਿਲਮੀ ਕਲਾਕਾਰ ਸੁਸ਼ਾਂਤ ਸਿੰਘ, ਉਹਦਾ ਕਤਲ ਹੋਇਆ ਜਾਂ ਉਸਨੇ ਆਤਮ ਹੱਤਿਆ ਕੀਤੀ ਤੇ ਉਹਦੀ ਸਹੇਲੀ ਰਿਆ, ਉਹਦੇ 'ਚ ਉਹਦਾ ਕਿੰਨਾ ਕੁ ਯੋਗਦਾਨ ਹੈ, ਕਿੰਨੀ ਕੁ ਇਨਵੋਲਵਮੈਂਟ ਹੈਗੀ ਹੈ ਇੱਕ ਦੂਜੇ ਦੇ ਪ੍ਰਤੀ, ਉਸ ਮੁੱਦੇ 'ਤੇ ਆਪਾਂ ਚਰਚਾ ਨਹੀਂ ਕਰ ਰਹੇ। ਪਰ ਪਿਛਲੇ ਕਈ ਦਿਨਾਂ ਤੋਂ ਜਿਸ ਤਰੀਕੇ ਨਾਲ ਡੇ ਐਂਡ ਨਾਈਟ, ਦਿਨ ਰਾਤ ਜਿਹੜਾ ਮੀਡੀਆ ਦੇ ਅੰਦਰ ਸੁਸ਼ਾਂਤ ਸਿੰਘ ਤੇ ਰੀਆ ਦੇ ਮਾਮਲੇ 'ਚ 24 ਘੰਟੇ ਮੇਰੇ ਵਰਗੇ ਐਂਕਰ ਗਲਾ ਫਾੜ ਕੇ, ਜਿੱਦਾਂ ਕਿ ਹਿੰਦੁਸਤਾਨ 'ਤੇ ਹਮਲਾ ਹੋ ਗਿਆ ਹੁੰਦਾ ਹੈ, ਕੋਈ ਬਹੁਤ ਵੱਡੀ ਹਫਰਾ ਤਫਰੀ ਮਚ ਗਈ ਹੁੰਦੀ ਹੈ। ਕਿਤੇ ਮੀਡੀਆ ਦੀ ਭੂਮਿਕਾ 'ਤੇ ਵੀ ਨਜ਼ਰ ਮਾਰਨ ਦੀ ਲੋੜ ਹੈ ਕਿ ਅਸੀਂ ਲੋਕਾਂ ਦੇ ਮੁੱਦਿਆਂ ਦੀ ਜੇ ਗੱਲ ਕਰ ਦਈਏ, ਉਧਰ ਚੀਨ ਜਿਹੜਾ ਹੈਗਾ ਭਾਰਤ ਦੇ ਸਾਹਮਣੇ ਖੜਾ ਹੈ, ਬੇਰੁਜ਼ਗਾਰੀ, ਲੱਖਾਂ ਨੌਜਵਾਨ ਜਿਹੜੇ ਹੈਗੇ ਆ ਸੜਕਾਂ 'ਤੇ, ਕਿਸਾਨ ਤੁਰੇ ਫਿਰਦੇ, ਹੋਰ ਬਹੁਤ ਸਾਰੇ ਮੁੱਦੇ ਹੋਣਗੇ। ਕੀ ਸਾਡੇ ਕੌਮੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੂੰ ਇਹੀ ਮੁੱਦਾ ਜੁੜਿਆ ਕਿ ਸਾਰਾ ਕੁਝ ਛੱਡ ਛਡਾ ਕੇ ਸੁਸ਼ਾਂਤ ਸਿੰਘ ਤੇ ਰੀਆ ਦੇ ਦੁਆਲੇ ਸਾਰਾ ਹਿੰਦੁਸਤਾਨ ਘੁਮਾ ਛੱਡਿਆ? ਮੀਡੀਆ ਦੀ ਭੂਮਿਕਾ 'ਤੇ ਵੀ ਪ੍ਰਾਸ਼ਾ ਜੀ ਮੈਂ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ। ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਮੀਡੀਆ ਦਾ ਜਿਹੜਾ ਰੋਲ ਹੈ ਇਸ ਇਸ਼ੂ ਦੇ ਉੱਤੇ ਰਿਹਾ ਉਹ ਬਹੁਤ ਹੀ, ਮੈਂ ਕਹਿੰਦਾ, ਸ਼ਰਮਨਾਕ ਰਿਹਾ ਕਿ ਇੱਕ ਪਾਸੇ ਤਾਂ ਇੰਡੀਆ ਤੇ ਚੀਨ ਦੀਆਂ ਫੌਜਾਂ ਦੇਖੋ ਆਮਣੇ ਸਾਹਮਣੇ ਖੜੀਆਂ, ਔਰ ਸਾਰੇ ਦੇਸ਼ ਤੇ ਤੁਸੀਂ ਦੇਖੋ ਕਿੰਨੀ ਵੱਡੇ ਫਿਊਚਰ ਦਾ ਸਵਾਲ ਸਮਝੋ ਦੋਨਾਂ ਦੇ ਦੇਸ਼ਾਂ ਦੇ। ਔਰ ਅਗਰ ਇਹਨਾਂ 'ਚ ਲੜਾਈ ਲੱਗਦੀ ਹੈ ਤੁਸੀਂ ਦੇਖੋ ਗੱਲ ਕਿੱਥੇ ਪਹੁੰਚ ਜਾਏਗੀ। ਉਸ ਇਸ਼ੂ ਨੂੰ ਛੱਡ ਕੇ ਇੱਕ ਹੈ ਪੋਲੀਟੀਕਲ ਸਰਕਲ ਜਿਹੜੀ ਹੈ ਮੀਡੀਆ ਦੇ ਉੱਤੇ ਚੱਲ ਰਹੀ ਹੈ,
ਕਿ ਜੀ ਰੀਆ ਚੱਕਰਵਰਤੀ ਜੀ ਉਹ ਰਾਜਪੂਤ ਜੀ ਉਹ ਵਰਗਿਆ ਜੀ ਉਹ ਸੁਸਾਈਡ ਸੀ ਜੀ ਉਹਦਾ ਮਰਡਰ ਸੀ ਜੀ ਉਹਨੇ ਡਰੱਗ ਸਪਲਾਈ ਕਰਤੇ ਜੀ। ਇਹ ਸਾਰਾ ਦਾ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਇੱਕ ਪਾਸੇ ਤਾਂ ਲੋਕਾਂ ਨੂੰ ਐਂਟਰਟੇਨ ਕਰਨ ਲਈ ਇਹਨਾਂ ਨੂੰ TRP ਵੀ ਚਾਹੀਦੀ ਹੁੰਦੀ ਆ ਕੋਈ ਆਪਣੀਆਂ TV ਚੈਨਲਾਂ ਨੂੰ, ਔਰ ਦੂਜੇ ਪਾਸੇ ਇਹਦੇ ਵਿੱਚ ਸਿਆਸਤ ਵੀ ਖੇਡੀ ਜਾ ਰਹੀ ਹੈ ਕਿਉਂਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਵਾਲੇ ਹੈ। ਉਹ ਮੁੰਡਾ ਬਿਹਾਰ ਦਾ ਸੀ, ਬਿਹਾਰ ਦੇ ਵਿੱਚ, ਔਰ ਦੂਜੇ ਪਾਸੇ ਜਿਹੜੇ ਜਿੱਥੇ ਉਹਦੀ ਡੈਥ ਹੋਈ ਹੈ ਉੱਥੇ ਜਿਹੜੀ ਹੈ ਕਾਂਗਰਸ ਹੈ, ਉਹ ਕਾਂਗਰਸ ਸਪੋਰਟਡ ਸਰਕਾਰ ਬਣੀ ਹੋਈ ਹੈ ਸ਼ਿਵ ਸੈਨਾ ਦੀ। ਉਹਨਾਂ ਨੂੰ ਬੈਕਫੁੱਟ 'ਤੇ ਲਿਆਉਣ ਲਈ ਇਹ ਸਾਰਾ ਇਸ਼ੂ ਇੱਦਾਂ ਚੱਕਿਆ ਜਾ ਰਿਹਾ ਔਰ ਇਹਨਾਂ ਨੂੰ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਪੂਰੀ ਸ਼ਹਿ ਹੈਗੀ ਹੈ, ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਗਲਾ ਫਾੜ ਕੇ ਇਹੀ ਐਂਕਰ ਦਿਨ ਰਾਤ ਇਹੀ ਕਰ ਰਹੇ ਹੈ। ਮਾਰ ਉੱਥੇ ਪੁਲਿਸ ਦੀ ਗੱਡੀਆਂ ਦੇ ਪਿੱਛੇ ਆਪਣੀਆਂ ਗੱਡੀਆਂ ਦੌੜਾ ਰਿਹਾ, ਕਦੀ ਪੁਲਿਸ ਵਾਲਿਆਂ ਦੇ ਗੱਲ ਪੈ ਰਿਹਾ, ਕਦੀ ਕਿਸੇ ਦੇ ਹੱਥ ਫੜ ਰਿਹਾ, ਕਿਸੇ ਨੂੰ ਕਹਿ ਰਹੇ। ਇਹ ਮੈਂ ਸਮਝਦਾ ਕਿ ਆਪਣੀ ਕੀ ਹਾਸੋਹੀਣੀ ਆਪਾਂ ਸਿਚੁਏਸ਼ਨ ਬਣਾਈ ਹੋਈ ਹੈ ਔਰ ਅਲਟੀਮੇਟਲੀ ਮੈਂ ਸਮਝਦਾ ਕਿ ਇਹਦੇ ਵਿੱਚ ਨਿਕਲਣਾ ਕੁਛ ਨਹੀਂ। ਉਹ ਗਰੀਬ ਆਦਮੀ ਦੇ ਮਾੜੇ ਦਿਨ ਆਏ ਹੋਏ ਸੀ, ਉਹਨੇ ਖੁਦਕੁਸ਼ੀ ਕਰ ਲਈ। ਉਹ ਕਿਸ ਕਰਕੇ ਕਰ ਲਈ, ਉਹਦੇ ਦਿਮਾਗ ਦੇ ਵਿੱਚ ਵੜ ਕੇ ਆਪਾਂ ਕਿਵੇਂ ਦੇਖੀਏ, ਵੱਖਰਾ ਮੁੱਦਾ। ਜੀ ਕੁਝ ਕਹਿ ਰਹੇ ਹੈ, ਬਾਕੀ ਬੰਦੇ ਹੈ। ਮੈਂ ਸਮਝਦਾ ਕਿ ਇਸ ਇਸ਼ੂ ਨੂੰ ਉਹ ਗਰੀਬ ਆਦਮੀ ਦੀ ਆਤਮਾ ਦੀ ਸ਼ਾਂਤੀ ਕੇ ਲਈ ਇਸ ਨੂੰ ਜਿਹੜਾ ਹੈ ਬਹੁਤਾ ਉਛਾਲਾ ਨਹੀਂ ਕੀਤਾ ਜਾਣਾ ਚਾਹੀਦਾ। ਅਗਰ ਮਾਮਲਾ ਅਦਾਲਤ ਦੇ ਵਿੱਚ ਹੈ ਜਾਂ ਮਾਮਲਾ ਪੁਲਿਸ ਤਹਿਕੀਕਾਤ ਕਰ ਰਹੀ ਹੈ ਤਾਂ ਇਹਨੂੰ ਕਰਨ ਦਿੱਤਾ ਜਾਵੇ। ਇਹਦੇ ਵਿੱਚ ਓਕੇ ਮੀਡੀਆ ਦਾ ਰੋਲ ਮੈਂ ਸਮਝਦਾ ਬਹੁਤ ਹੀ ਨੈਗੇਟਿਵ ਰਿਹਾ ਔਰ ਬਹੁਤ ਗਲਤ ਹੈ ਔਰ ਸਾਡੇ ਸਾਰਿਆਂ ਲਈ ਬੜੀ ਤਸ਼ਵੀਸ਼ ਦਾ ਬਾਇਸ ਹੈ। ਯੈਸ, ਥੈਂਕ ਯੂ ਵੈਰੀ ਮਚ ਪੰਦੇਰ ਸਾਹਿਬ। ਤੁਸੀਂ ਵੀ ਮੀਡੀਆ ਦੇ ਮੁੱਦੇ ਤੇ ਬਹੁਤ ਆਪਣੀ ਭੂਮਿਕਾ ਕਮੈਂਟਸ ਕਰਦੇ ਰਹਿੰਦੇ ਹੋ। ਜੋ ਕੁਝ ਸੁਸ਼ਾਂਤ ਤੇ ਰੀਆ ਦੇ ਮਾਮਲੇ 'ਚ ਵਾਪਰਿਆ, ਜਾਣੀ ਲੱਗਦਾ ਕਿ ਹਿੰਦੁਸਤਾਨ ਦੇ ਅੰਦਰ ਕੋਈ ਲੋਕਾਂ ਦੇ ਮੁੱਦੇ ਹੀ ਨਹੀਂ ਰਹੇ, ਇੱਕੋ ਹੀ ਗੱਲ ਰਹਿ ਗਈ। ਪੰਦੇਰ ਸਾਹਿਬ, ਮੈਂ ਤੁਹਾਡਾ ਜਵਾਬ ਲੈਣ ਤੋਂ ਪਹਿਲਾਂ ਇੱਕ ਅੰਕੜਾ ਜਿਹੜਾ ਗਾ ਮੀਡੀਆ ਦੇ ਵਿੱਚ ਹੀ ਆਇਆ ਉਹ ਵੀ ਕਿ ਹਿੰਦੁਸਤਾਨ ਦੇ ਅੰਦਰ ਹਰ ਰੋਜ਼ 391 ਲੋਕ ਜਿਹੜੇ ਹੈਗੇ ਹੈ ਆਤਮ ਹੱਤਿਆ ਕਰਦੇ ਆ। ਵੱਖਰੇ ਕਾਰਨ ਹੋ ਸਕਦੇ ਆ, ਕਿਸਾਨ ਮਾਰ ਰਿਹਾ, ਨੌਜਵਾਨ ਮਾਰ ਰਿਹਾ, ਹੋਰ ਲੋਕ ਮਾਰ ਰਿਹਾ, ਘਰੇਲੂ ਹਿੰਸਾ। ਪਰ ਸਾਰਾ ਕੁਝ ਇੱਕੋ ਕੇਸ ਤੇ ਲਿਆ ਕੇ ਸਾਰੇ ਹਿੰਦੁਸਤਾਨ ਨੂੰ ਜਾਣੀ ਇੱਕ ਟੰਗ ਤੇ ਲਿਆ ਕੇ ਖੜਾ ਕਰ ਦਿੱਤਾ। ਭੂਮਿਕਾ ਜਿਹੜੀ ਹੈਗੀ ਹੈ ਮੀਡੀਆ ਦੀ, ਜਿੱਦਾਂ ਪ੍ਰਾਸ਼ਾ ਜੀ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਕਿ ਸਾਡੇ ਕੋਲੇ ਕੋਈ ਲੋਕਾਂ ਦੀ ਗੱਲ ਹੀ ਨਹੀਂ ਰਹਿ ਗਈ ਕਰਨ ਲਈ ਮੀਡੀਆ ਕੋਲ। ਪੰਦੇਰ ਸਾਹਿਬ। ਸਿੱਧੂ ਸਾਹਿਬ ਦੇਖੋ, ਅੱਜ ਕੱਲ੍ਹ ਮਹਾਮਾਰੀਆਂ ਦਾ ਦਾ ਦੌਰ ਚੱਲ ਰਿਹਾ। ਇੱਕ ਤਾਂ ਕਰੋਨਾ ਦੀ ਮਹਾਮਾਰੀ ਹੈ, ਉਹਦੇ ਵਿੱਚ ਡਾਕਟਰਾਂ ਦੀ ਭੂਮਿਕਾ ਦੇ ਉੱਤੇ ਬਹੁਤ ਵੱਡੇ ਕਿੰਤੂ ਪਰੰਤੂ ਅਫਵਾਹਾਂ ਦਾ ਦੌਰ ਔਰ ਉਹ ਜਿਹੜੇ ਹੈਗੇ ਆ ਜਿਹੜੇ ਉਹ ਲੋਕ ਜਿਨ੍ਹਾਂ ਦਾ ਮੈਡੀਕਲ ਪ੍ਰੋਫੈਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਇਹਦੇ ਤੇ ਕਾਬਜ਼ ਹੋਏ ਆ ਔਰ ਜਿਹੜੀ ਇਹ ਮਹਾਮਾਰੀ ਦਾ ਲੜਾਈ ਆ ਉਹਨਾਂ ਦੇ ਹੱਥ 'ਚ ਹੈ। ਦੂਸਰੀ ਗੱਲ ਆ ਜਾਂਦੀ ਹੈ ਜੀ, ਜਿਹੜੀ ਤੁਸੀਂ ਇਹ ਸੁਸ਼ਾਂਤ ਸਿੰਘ ਰਾਜਪੂਤ ਵਾਲਾ ਕੇਸ ਦੀ ਗੱਲ ਕਰਦੇ ਹੋ, ਇਹਦੇ ਉੱਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਲਿੱਪ ਚੱਲ ਰਿਹਾ ਜੋ ਮੀਡੀਆ ਦੀ ਸਾਰੀ ਹਾਸੋਹੀਣੀ ਪ੍ਰਸਥਿਤੀ ਦੇ ਬਾਰੇ ਪੂਰਾ ਇੱਕ ਬਹੁਤ ਵੱਡਾ ਬਿਆਨ ਹੈ। ਉਹ ਇਹ ਹੈ ਕਿ ਜਿਹੜੀ ਉੱਥੇ ਇੱਕ ਹੋਰ ਐਕਟਰੈਸ ਹੈਗੀ ਕੰਗਨਾ ਰਣੌਤ, ਉਹਦੇ ਘਰ ਦੇ ਉੱਤੇ ਉਹ ਜਿਹੜੀ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਨੇ ਕਾਰਵਾਈ ਕੀਤੀ, ਉੱਥੋਂ ਦੀ ਕੋਲੋਂ ਦੀ ਖਾਕੀ ਵਰਦੀ ਪਾ ਕੇ ਇੱਕ ਪੋਸਟਮੈਨ ਲੰਘ ਰਿਹਾ, ਉਹਨੂੰ ਘੇਰ ਲਿਆ ਵੀ ਦੱਸ, ਉਹਨੂੰ ਚਲਾ ਕੇ ਕਹਿ ਰਿਹਾ ਤੂੰ ਦੱਸ ਉਹਨੇ ਕੀ ਕੀਤਾ, ਕਿਉਂ ਕਰ। ਉਹ ਕਹੀ ਜਾਂਦਾ ਮੈਨੂੰ ਕੀ ਪਤਾ ਸਰਕਾਰ ਨੇ ਕੀਤਾ, ਮੈਂ ਤਾਂ ਪੋਸਟਮੈਨ ਹੈ। ਉਹਦੀ ਗੱਲ ਸੁਣ ਹੀ ਨਹੀਂ ਰਹੇ, ਉਹਦੀ ਗੱਲ ਨਾ ਕੋਈ ਉਹ ਵਿਚਾਰੇ। ਹੁਣ ਗੱਲ ਇਹ ਆ ਕਿ ਈਵਨ ਜਿਹੜੇ ਮੀਡੀਆ ਅੰਨੇ ਹੋ ਗਏ ਅਸੀਂ, ਹਾਂਜੀ, ਤੇ ਅੰਨੇ ਹੋ ਗਏ ਆ ਕਿ ਦੂਜੇ ਦੀ ਗੱਲ ਸੁਣ ਲਈ ਤਿਆਰ ਨਹੀਂ, ਜੋ ਮੈਂ ਕਹਿਣਾ ਚਾਹੁੰਦਾ ਉਹੀ ਸੁਣਨਾ ਚਾਹੁੰਦਾ ਹੈ। ਬਿਲਕੁਲ, ਉਹ ਕਹਿ ਰਿਹਾ ਵੀ ਮੈਂ ਤਾਂ ਪੋਸਟਮੈਨ ਆ ਔਰ ਉਹਦਾ ਕੋਈ ਲੈਣਾ ਦੇਣਾ ਨਹੀਂ ਵੀ ਢਾਹ ਢੁਆਈ ਦੇ ਵਿੱਚ ਵਿਚਾਰੇ ਨੂੰ ਉਹਦੇ ਮਗਰ ਪਏ। ਸੋ ਸਿਚੁਏਸ਼ਨ ਇਹੋ ਜਿਹੀ ਆਈ ਹੋਈ ਆ ਕਿ ਮੀਡੀਆ ਦੇ ਵਿੱਚ ਤੁਸੀਂ ਆ ਜਿਹੜਾ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੀਡੀਆ ਕਰਮੀ ਜਿਹੜੇ ਹੈ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ। ਹੁਣ ਆਈ ਥਿੰਕ ਇੱਕ ਕੋਰਟ ਦੇ ਵਿੱਚ ਵੀ ਕੇਸ ਦਾਇਰ ਹੈ ਕਿ ਤੁਸੀਂ ਕਿਸ ਤਰ੍ਹਾਂ ਹਟਾਤੇ। ਔਰ ਜਿਹੜੇ ਗੈਰ ਮੀਡੀਆ ਦੇ ਗੈਰ ਜਰਨਲਿਸਟਿਕ ਲੋਕ ਨੇ ਉਹ ਮੀਡੀਆ ਤੇ ਕਾਬਜ਼ ਨੇ, ਵੱਡੇ ਜਿਹੜੇ ਬਿਜ਼ਨਸ ਘਰਾਣੇ ਨੇ ਉਹ ਉਹਨਾਂ ਨੇ ਕਬਜ਼ਾ ਕਰ ਲਿਆ ਔਰ ਉਹਨਾਂ ਦਾ ਏਜੰਡਾ ਇਹ ਹੈਗਾ। ਉਹਦੇ ਵਿੱਚ ਏਜੰਡਾ ਇਹ ਹੈ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਘਿਰ ਚੁੱਕੀਆਂ ਨੇ ਬਹੁਤ ਸਾਰੇ, ਵੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਜਾਵੇ ਲੋਕਾਂ ਦੇ ਮੁੱਦੇ, ਜਿਹੜੇ ਲੋਕ ਹਿੱਤ ਦੇ ਮੁੱਦੇ ਨੇ ਉਹਦਾ ਸਾਹਮਣੇ ਨਹੀਂ ਆਉਂਦੇ, ਨਾ ਹੀ ਉਹਨਾਂ ਦਾ ਇਲਾਜ ਹੈ ਕੋਈ ਛੇਤੀ ਤੋਂ ਛੇਤੀ, ਕਿਉਂਕਿ ਉਹ ਬਹੁਤ ਮਿਹਨਤ ਮੰਗਦੇ।
ਸੋ ਔਰ ਕਰੋਨਾ ਮਹਾਮਾਰੀ ਦੇ ਵਿੱਚ ਵੀ ਜਿਸ ਤਰ੍ਹਾਂ ਪਹਿਲਾਂ ਥਾਲੀ ਜਾਂ ਟੱਲੀਆਂ ਵਜਾ ਕੇ ਕਿਹਾ ਸੀ ਵੀ ਇਹਦਾ ਭਾਜੂਗੀ ਬਿਮਾਰੀ ਹੁਣ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਘੇਰਾ ਪਾ ਰਹੀ ਹੈ ਕਿ ਪੌਣਾ ਲੱਖ ਬੰਦਾ ਰੋਜ਼ ਸ਼ਿਕਾਰ ਹੋ ਰਿਹਾ ਹੈ ਦੇਸ਼ ਦੇ ਵਿੱਚ। ਤੇ ਔਰ ਜਦੋਂ ਤੁਹਾਨੂੰ ਇਹ ਲੱਗਦਾ ਵੀ ਇਹ ਕਰੋਨਾ ਮਹਾਮਾਰੀ ਤੋਂ ਅਸੀਂ ਕਿਸ ਤਰ੍ਹਾਂ ਨਿਜਾਤ ਦਵਾਈਏ, ਤਾਂ ਫਿਰ ਲੋਕਾਂ ਨੂੰ ਯਾਦ ਕਰਵਾਇਆ ਜਾਂਦਾ ਕਿ ਜੀ ਜਿਹੜੇ ਤੁਸੀਂ ਸੀਰੀਅਲ ਦੇਖਦੇ ਸੀ ਉਹਨਾਂ ਦਾ ਇੱਕ ਐਕਟਰ ਹੈਗਾ, ਉਹਦਾ ਕੇਸ ਸੋਚਦੇ ਨੇ ਵੀ ਸ਼ਾਇਦ ਅਸੀਂ ਇਹਦੇ ਬਾਰੇ ਜੇ ਲੋਕਾਂ ਨੂੰ ਇਹਦੇ ਬਾਰੇ ਕਹਾਣੀਆਂ ਸੁਣਾਈਏ, ਬਾਤਾਂ ਸੁਣਾਈਏ, ਜਿਵੇਂ ਆਪਾਂ ਪਹਿਲਾਂ ਸੁਣਾਉਂਦੇ ਹੁੰਦੇ ਸੀ ਵੀ ਬਾਤ ਸੁਣਾ ਕੇ ਕਈ ਵਾਰੀ ਗੱਲ ਬਣ ਜਾਂਦੀ ਹੈ। ਔਰ ਉਹ ਜੀ ਬਾਤ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਧਿਆਨ ਭਟਕਾਇਆ ਜਾਵੇ ਵੀ ਕਿਸੇ ਤਰੀਕੇ ਦੇ ਨਾਲ। ਇਹ ਲੋਕਾਂ ਨੂੰ ਦਾ ਧਿਆਨ ਜਿਹੜਾ ਹੈ ਉਹ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਹੈ ਦੂਜੇ ਪਾਸੇ। ਥੈਂਕ ਯੂ ਵੈਰੀ ਮਚ ਸਿੜਾਗਾ ਹਰਕਮਲ ਜੀ। ਸਮਾਂ ਤਾਂ ਨਹੀਂ ਹੈ ਪਰ ਮੈਂ 2 ਲਾਈਨਾਂ ਦਾ ਕਮੈਂਟਸ ਜ਼ਰੂਰ ਚਾਹਾਂਗਾ ਕਿਉਂਕਿ ਮੀਡੀਆ ਦੀ ਗੱਲ ਹੈ, ਮੈਂ ਤੁਹਾਡੇ ਕਮੈਂਟਸ ਵੀ ਲੈਣਾ ਚਾਹਾਂਗਾ। ਸੁਸ਼ਾਂਤ ਔਰ ਰੀਆ ਦੇ ਮਾਮਲੇ 'ਚ ਜਿੱਦਾਂ ਮੀਡੀਆ ਨੇ ਭੂਮਿਕਾ ਨਿਭਾਈ ਹੈ ਸਾਰੇ ਹਿੰਦੁਸਤਾਨ ਦੇ ਮੁੱਦਿਆਂ ਨੂੰ ਛੱਡ ਕੇ, ਤੁਸੀਂ ਕਿਵੇਂ ਦੇਖਦੇ ਹੋ ਸੰਖੇਪ ਦੇ ਵਿੱਚ ਹਰਕਮਲ ਜੀ ਪਲੀਜ਼? ਜਗਤਾਰ ਜੀ, ਗੱਲ ਇਹ ਵੇ ਕਿ ਤੁਹਾਡੀ ਰੀਡਰਸ਼ਿਪ ਕਿਹੋ ਜਿਹੀ ਹੈ, ਤੁਹਾਡੀ ਵਿਊਅਰਸ਼ਿਪ ਕਿਹੋ ਜਿਹੀ ਹੈ, ਉਹਦੇ ਤੇ ਡਿਪੈਂਡ ਕਰਦਾ ਹੈ। ਇਸ ਮੁਲਕ 'ਚ ਤੁਸੀਂ ਬਾਂਦਰੀ ਦਾ ਤਮਾਸ਼ਾ ਕਰ ਦੋ ਨਾ, ਉੱਥੇ ਤੇ 2000 ਬੰਦਾ ਇਕੱਠਾ ਹੋ ਜਾਏਗਾ ਤੇ ਕੋਈ ਸਿਆਣਾ ਬੰਦਾ ਇੱਥੇ ਆ ਕੇ ਕੋਈ ਗੱਲ ਕਰਨੀ ਚਾਹੇ ਉਹਦੇ ਲਈ 5 ਬੰਦੇ ਸੁਣਨ ਨੂੰ ਤਿਆਰ ਨਹੀਂ ਹੋਣਗੇ। ਅਸਲੀਅਤ ਇਹ ਜੋ ਮੈਨੂੰ ਨਜ਼ਰ ਆ ਰਹੀ ਹੈ ਕਿ ਸਾਡਾ ਦੇਸ਼ ਜਿਹੜਾ ਹੈ ਇਹ ਮੁਸ਼ਟੰਡਿਆਂ ਦਾ ਔਰ ਇਹ ਤੁਸੀਂ ਕਹਿ ਸਕਦੇ ਹੋ ਕਿ ਗੈਰ ਸੰਜੀਦਾ ਲੋਕਾਂ ਦਾ ਸਾਰਾ ਇੱਕ ਸਮੂਹ ਹੈਗਾ। ਸਾਡੇ ਲੋਕ ਇਹਨਾਂ ਗੱਲਾਂ 'ਚ ਇੰਟਰਸਟ ਰੱਖਦੇ ਨੇ। ਤੁਸੀਂ ਦੇਖੋ ਕਿ ਇੱਕ ਕੇਸ ਕੀ ਹੈਗਾ, ਸੁਸ਼ਾਂਤ ਦਾ ਕੇਸ ਕੀ ਹੈਗਾ। ਅਸੀਂ ਹੁਣ ਜੇ ਉਹਦੀ ਵਿਚਾਰਾ ਤੇ ਇਸ ਦੁਨੀਆ 'ਚ ਨਹੀਂ ਰਿਹਾ, ਉਹਦੀ ਬੈਕਗਰਾਉਂਡ 'ਚ ਜਾਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ। ਇੱਕ ਵਿਚਾਰਾ ਇੱਕ ਛੋਟੇ ਜਿਹੇ ਸੂਬੇ 'ਚੋਂ ਬੰਦਾ ਉੱਠਿਆ ਸੀ, ਬੰਬਈ 'ਚ ਜਾ ਕੇ ਸਡਨਲੀ ਸਫਲਤਾ ਮਿਲ ਗਈ, 4 ਪੈਸੇ ਆ ਗਏ। ਉਹ ਸ਼ਾਇਦ ਉਹਨੂੰ ਸਮਝ ਨਹੀਂ ਪਈ ਕਿ ਮੇਰੇ ਨਾਲ ਕੀ ਹੋ ਗਿਆ। ਉਸ ਹਾਲਾਤ ਦੇ ਨਾਲ ਉਹ ਤੁਸੀਂ ਕਹਿ ਸਕਦੇ ਹੋ ਕਿ ਕੋਪ ਅਪ ਨਹੀਂ ਕਰ ਸਕਿਆ, ਨਹੀਂ ਆਪਣੇ ਆਪ ਨੂੰ ਤੇ ਸੰਭਾਲ ਸਕਿਆ, ਉਹ ਆਪਣੀ ਜਾਨ ਗਵਾ ਕੇ ਬਹਿ ਗਿਆ। ਹੁਣ ਸਾਡਾ ਜਿਹੜਾ ਮੀਡੀਆ ਹੈਗਾ ਜਿਸ ਢੰਗ ਦੇ ਨਾਲ ਲੱਗਾ ਹੋਇਆ ਕਿ ਜੀ ਉਹਦਾ ਫਲਾਣੀ ਨਾਲ ਲੜਕੀ ਨਾਲ ਸੰਬੰਧ ਸੀ, ਹੁਣ ਫਲਾਣੀ ਨਾਲ ਸੀ, ਹੁਣ ਫਲਾਣੀ ਨਾਲ ਸੀ, ਔਰ ਲੋਕੀ ਬੜੇ ਸਵਾਦ ਨਾਲ ਸੁਣ ਰਹੇ ਨੇ। ਤੁਸੀਂ ਦੇਖੋ ਸਾਡੀ ਵਿਊਅਰਸ਼ਿਪ ਕੀ ਹੈਗੀ ਹੈ, ਲੋਕੀ ਇਹੋ ਜਿਹੀਆਂ ਚੀਜ਼ਾਂ ਹੀ ਪਸੰਦ ਕਰਦੇ ਨੇ, ਸੁਣਨ ਵਾਲੇ ਵੀ ਅੱਗੋਂ ਹੋ ਜਾਏ ਨੇ। ਔਰ ਜਿਵੇਂ ਪ੍ਰਦੇਵ ਸਾਹਿਬ ਨੇ ਕਿਹਾ ਜੀ ਉਹੀ ਕੁਝ ਪਰੋਸਿਆ ਜਾਂਦਾ ਹੈ। ਮੀਡੀਆ ਜਿਹੋ ਜਿਹੇ ਲੋਕਾਂ ਦੇ ਕੰਟਰੋਲ 'ਚ ਆ ਗਿਆ, ਉਹ ਉੱਥੋਂ ਤੁਸੀਂ ਬੜੇ ਇਹੋ ਜਿਹੀਆਂ ਚੀਜ਼ਾਂ ਹੀ ਐਕਸਪੈਕਟ ਕਰ ਸਕਦੇ ਹੋ ਕਿ ਉਹਨਾਂ 'ਚ ਪ੍ਰੋਫੈਸ਼ਨਲਿਜ਼ਮ ਤੇ ਕੋਈ ਹੈ ਨਹੀਂ। ਉਹ ਲੋਕ ਤੇ ਸਿਰਫ ਆਪਣੀ TRP ਚਾਹੁੰਦੇ ਨੇ ਤੇ ਉਹੀ ਨਤੀਜਾ ਸਾਡੇ ਸਾਹਮਣੇ ਆ ਰਿਹਾ ਹੈ। ਮੇਰੇ ਖਿਆਲ 'ਚ ਇਹ ਬੜਾ ਅਫਸੋਸਨਾਕ ਹੈ ਔਰ ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤੇ ਅਸੀਂ ਆਪਣੇ ਜਿਹੜੀਆਂ ਅੱਗੇ ਨੈਕਸਟ ਜਨਰੇਸ਼ਨਸ ਨੇ, ਅਸੀਂ ਉਹਨਾਂ ਨੂੰ ਕੋਈ ਬਹੁਤਾ ਸੁਧਾਰਨ 'ਚ ਕਾਮਯਾਬ ਨਹੀਂ ਹੋਵਾਂਗੇ। ਥੈਂਕ ਯੂ ਹਰਕਮਲ ਜੀ। ਮੈਂ ਆਪਣੇ ਸੀਨੀਅਰ ਜਰਨਲਿਸਟ ਪੰਦੇਰ ਸਾਹਿਬ ਹਰਕਮਲ ਜੀ ਪ੍ਰਾਸ਼ਰ ਜੀ ਮੇਰੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਮੁੱਦਿਆਂ ਤੇ ਪੈਨਲ ਤੇ ਆਏ ਔਰ ਬੇਬਾਕ ਜਿਹੜੀ ਹੈਗੀ ਹੈ ਪੰਜਾਬ ਦੇ ਮੁੱਦੇ ਤੇ ਕੌਮੀ ਪੱਧਰ ਤੇ ਜਿਹੜੀਆਂ ਉਹਨਾਂ ਨੇ ਕੀਤੀਆਂ ਟਿੱਪਣੀਆਂ, ਮੈਂ ਤੁਹਾਡੇ ਸਾਰਿਆਂ ਵੱਲੋਂ ਧੰਨਵਾਦੀ ਹਾਂ। ਜਿੱਦਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਪੰਜਾਬੀ ਮੀਡੀਆ ਦੀ ਇੱਕੋ ਇੱਕ ਡਿਬੇਟ ਹੈ ਜਿਸ ਸੀਨੀਅਰ ਜਰਨਲਿਸਟ ਹੀ ਆਪਣੀ ਰਾਏ ਦਿੰਦੇ ਆ। ਉਮੀਦ ਹੈ ਦਰਸ਼ਕਾਂ ਨੂੰ ਜ਼ਰੂਰ ਪਸੰਦ ਆ ਰਹੀ ਹੈ ਤੇ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸਸ ਆ ਉਹਨਾਂ ਤੇ ਸ਼ੇਅਰ ਵੀ ਕਰੋਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਆਪਣੇ 3 ਸੀਨੀਅਰ ਜਰਨਲਿਸਟਾਂ ਦਾ ਮੁੜ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਮੈਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।